मैं ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਪ੍ਰੋਗਰਾਮ ਵਿੱਚ ਪਹਿਲਾਂ ਇੱਕ ਆਰਟੀਕਲ ਪੜ੍ਹਦਾ ਅਤੇ ਫਿਰ ਉਸ ਆਰਟੀਕਲ 'ਤੇ ਜਿਹੜੇ ਮੈਂ ਨੁਕਤੇ ਉਠਾਏ ਹੁੰਦੇ ਹੈ ਟੈਲੀਫੋਨ ਦੇ ਰਾਹੀਂ ਤੁਹਾਡੇ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਉਹਨਾਂ ਨੁਕਤਿਆਂ 'ਤੇ ਗੱਲਬਾਤ ਕੀਤੀ ਜਾ ਸਕੇ ਜਾਂ ਜਿਹੜੇ ਨੁਕਤੇ ਮੈਂ ਉਸ ਆਰਟੀਕਲ ਦੇ ਵਿੱਚ ਨਹੀਂ ਉਠਾਏ ਹੁੰਦੇ ਉਹਨਾਂ ਨੁਕਤਿਆਂ 'ਤੇ ਗੱਲ ਕੀਤੀ ਜਾ ਸਕੇ। ਕਿਤਾਬ ਜਿਹੜੀ 5ਵੀਂ ਕਿਤਾਬ ਅਜੇ ਮੈਂ ਸ਼ੁਰੂ ਨਹੀਂ ਕੀਤੀ ਹੈ ਕਿਉਂਕਿ ਕੁਛ ਆਰਟੀਕਲ ਜਿਹੜਾ ਲਾਸਟ ਵੀਕ ਵੀ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਸੀ ਉਹ ਮੈਨੂੰ ਲੱਗਾ ਬਹੁਤ ਹੀ ਅਹਿਮ ਹੈਗਾ ਅਤੇ ਜਿਹੜਾ ਅੱਜ ਆਰਟੀਕਲ ਵੀ ਲੈ ਕੇ ਆਇਆ ਹੈਗਾ ਉਹ ਵੀ ਮੈਂ ਸਮਝਦਾ ਇੱਕ ਬਹੁਤ ਅਹਿਮ ਹੈ ਜਿਹੜਾ ਮੈਂ ਅੱਜ ਸਵੇਰੇ ਹੀ ਮੈਂ ਇਸ ਆਰਟੀਕਲ ਨੂੰ ਫਿਨਿਸ਼ ਕੀਤਾ ਹੈਗਾ ਲਿਖਣਾ ਅਤੇ ਉਹ ਵੀ ਆਰਟੀਕਲ ਜਿਹੜਾ ਸੀ ਮੈਂ ਸਮਝਦਾ ਵੀ ਬਹੁਤ ਜ਼ਰੂਰੀ ਹੈਗਾ। ਇਸ ਕਰਕੇ ਕਿਤਾਬ ਕੋਸ਼ਿਸ਼ ਕਰੂੰਗਾ ਕਿ ਮੈਂ ਅਗਲੇ ਹਫ਼ਤੇ ਸ਼ੁਰੂ ਕਰੀਏ ਜਿਹੜੀ ਕਿ ਆਪਣੀ 5ਵੀਂ ਕਿਤਾਬ ਹੋਊਗੀ। ਮੈਂ ਆਪਣੇ ਕਾਲਰਸ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜੋ ਮੈਨੂੰ ਇੰਨਾ ਭਰਵਾਂ ਹੁੰਗਾਰਾ ਦਿੰਦੇ ਆ ਅਤੇ ਕਾਲਰਸ ਜਿਹੜੇ ਕੁਛ ਕਾਲਰਸ ਮੈਂ ਨਹੀਂ ਲੈ ਸਕਦਾ ਕਈ ਵਾਰੀ ਅਤੇ ਉਹਨਾਂ ਤੋਂ ਮੈਂ ਹੁਣ ਤੋਂ ਹੀ ਮਾਫੀ ਮੰਗਦਾ। ਤੁਸੀਂ ਹੁਣ ਤੋਂ ਹੀ ਜਿਹੜਾ ਹੈਗਾ ਟੈਲੀਫੋਨ ਸਾਨੂੰ ਕਰਨਾ ਸ਼ੁਰੂ ਕਰ ਸਕਦੇ ਤਾਂ ਕਿ ਕਿਊ ਅਪ ਹੋ ਸਕੇ ਲਾਈਨ ਅਪ ਹੋ ਸਕੇ ਅਤੇ ਸਾਡਾ ਨੰਬਰ ਜਿਹੜਾ ਹੈਗਾ ਉਹ 0300 770 2246 ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹਾਂ ਅਤੇ ਫਿਰ ਤੁਹਾਨੂੰ ਮੋਰੇ 0044 ਨੰਬਰ ਲਾਉਣਾ ਪਊਗਾ। ਇਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਉਹੋ ਜਿਹਾ ਮਸਲੇ ਆਪਣੀਆਂ ਕਿਤਾਬਾਂ ਵਿੱਚ ਵੀ ਲਿਖੇ ਹੈ ਜਾਂ ਉਹੋ ਜਿਹੇ ਮਸਲੇ ਜਿਹੜੇ ਮੈਂ ਆਰਟੀਕਲ ਵੀ ਜਿਹੜਾ ਪਿਛਲੇ ਹਫ਼ਤੇ ਤੋਂ ਇੱਕ ਤੇ ਅੱਜ ਜਾਣੀ ਕਿ ਦੂਸਰਾ ਆਰਟੀਕਲ ਜਿਹੜਾ ਲੈ ਕੇ ਆਇਆ ਹੈਗਾ ਉਹ ਵੀ ਤੁਹਾਡੇ ਨਾਲ ਮੇਰੇ ਨਾਲ ਅਤੇ ਆਪਣੇ ਸਮਾਜ ਨਾਲ ਸੰਬੰਧਿਤ ਹੁੰਦੇ ਆ। ਕੋਸ਼ਿਸ਼ ਇਹ ਕਰਦਾ ਵੀ ਲੋਕਾਂ ਨੂੰ ਵਿਗਿਆਨਕ ਸੋਚ ਵੱਲ ਲਾਇਆ ਜਾ ਸਕੇ, ਤਰਕ ਨਾਲ ਸੋਚ ਸਕਣ, ਲੌਜੀਕਲ ਸੋਚ ਸਕਣ ਅਤੇ ਆਪਣੀ ਲੁੱਟ ਜਿਹੜੀ ਹੈ ਕਰਾਉਂਦੇ ਮਾਨਸਿਕ ਤੌਰ 'ਤੇ ਆਰਥਿਕ ਤੌਰ 'ਤੇ ਹਰ ਤਰੀਕੇ ਨਾਲ ਜਿਹੜੀ ਫਿਜ਼ੀਕਲ ਤੌਰ 'ਤੇ ਵੀ ਕਈ ਵਾਰੀ ਸ਼ੋਸ਼ਣ ਕੀਤਾ ਜਾਂਦਾ ਉਹਦੇ ਤੋਂ ਲੋਕਾਂ ਦਾ ਬਚਾਅ ਹੋ ਸਕੇ। ਅਤੇ ਜਿਹੜਾ ਆਰਟੀਕਲ ਮੈਂ ਅੱਜ ਲੈ ਕੇ ਆਇਆ ਹੈਗਾ ਉਹਦਾ ਸਿਰਲੇਖ ਜਿਹੜਾ ਹੈਗਾ ਉਹ ਹੋਮੋਪੈਥੀ ਹੈ। ਤੁਹਾਨੂੰ ਪਤਾ ਹੈ ਕਿ ਆਪਣੇ ਮੁਲਕ ਵਿੱਚ ਅਤੇ ਇੱਥੇ ਵੀ ਹੋਮੋਪੈਥੀ ਵੀ ਲੋਕ ਯਾਨੀ ਕਿ ਬਹੁਤ ਸਾਰੇ ਵਰਤਦੇ ਆ, ਐਲੋਪੈਥੀ ਵੀ ਵਰਤਦੇ ਹੈ, ਹਰਬਲਿਜ਼ਮ ਵੀ ਵਰਤਦੇ ਹੈਗੇ। ਹਰਬਲਿਸਟ ਯਾਨੀ ਕਿਹੜੀਆਂ ਦਵਾਈਆਂ ਹੈਗੀਆਂ ਹਰਬਲਿਸਟ ਯਾਨੀ ਕਿ ਉਹ ਦਵਾਈਆਂ ਦਿੰਦੇ ਆ ਅਤੇ ਕੁਛ ਆਪਾਂ ਜਿਹੜੇ ਮਸਾਲੇ ਵੀ ਘਰਾਂ ਵਿੱਚ ਯੂਜ਼ ਕਰਦੇ ਹੈਗੇ ਆ ਉਹਨਾਂ ਦਾ ਆਪਣਾ ਮੁਕਾਮ ਹੈਗਾ। ਪਰ ਇਹ ਜਿਹੜਾ ਆਰਟੀਕਲ ਹੋਮੋਪੈਥੀ ਹੈਗਾ ਮੇਰੇ ਮਨ 'ਚ ਬੜੀ ਦੇਰ ਦਾ ਸੀਗਾ ਅਤੇ ਇਹ ਅੱਜ ਜਿਹੜਾ ਸੀ ਮੈਂ ਕੰਪਲੀਟ ਕੀਤਾ ਅਤੇ ਮੈਂ ਸਮਝ ਲਿਆ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰਾਂ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈਗੇ ਆ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰੂੰਗਾ ਕਿਉਂਕਿ ਇਹਦੇ ਬਾਰੇ ਜਿੰਨੀ ਵੀ ਚੀਰ ਫਾੜ ਹੋ ਸਕੇ ਉਨੀ ਜ਼ਿਆਦਾ ਚੰਗਾ ਅਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਕਿੰਨਾ ਕੁ ਇਹ ਵਿਗਿਆਨਕ ਹੈਗਾ, ਕਿੰਨਾ ਕੁ ਨਹੀਂ ਵਿਗਿਆਨਕ ਹੈ, ਕੀ ਇਹ ਬਿਮਾਰੀਆਂ ਨੂੰ ਹਟਾਉਂਦਾ ਵੀ ਹੈ ਹੋਮੋਪੈਥੀ ਨਾਲ ਜਿਹੜੀਆਂ ਦਵਾਈਆਂ ਅਸੀਂ ਲੈਂਦੇ ਹਾਂ ਸਾਡੀ ਕੋਈ ਬਿਮਾਰੀ ਨਾਲ ਹਟਦੀ ਵੀ ਹੈ ਯਾਨੀ ਕਿ ਜੇ ਨਹੀਂ ਹਟਦੀ ਅਤੇ ਕੀ ਇਹ ਪਰਸੀਵ ਇਫੈਕਟ ਆ। ਆਪਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਇੱਕ ਛੋਟਾ ਜਿਹਾ ਆਰਟੀਕਲ ਜਿਹੜਾ ਮੈਂ ਲਿਖਿਆ ਹੈਗਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਹ ਗੱਲਾਂ ਸਾਰੀਆਂ ਸਾਂਝੀ ਕਰੂੰਗਾ। ਹੋਮੋਪੈਥੀ ਭਾਵੇਂ ਅੱਜ ਸਾਡੀ ਔਸਤਨ ਉਮਰ ਵੱਧ ਗਈ ਹੈ ਅਤੇ ਦਵਾਈਆਂ ਦੇ ਆਸਰੇ ਲੰਬੀ ਜ਼ਿੰਦਗੀ ਜਿਉਣ ਲੱਗ ਪਏ ਹਾਂ ਪਰ ਇਹ ਵੀ ਸੱਚਾਈ ਹੈ ਕਿ ਨਵੀਆਂ ਬਿਮਾਰੀਆਂ ਵੀ ਪੈਦਾ ਹੋ ਗਈਆਂ ਹਨ। ਇਹ ਸਾਡੇ ਖਾਣ ਪੀਣ ਦੀਆਂ ਆਦਤਾਂ ਕਰਕੇ ਵੀ ਹੈ, ਜ਼ਿੰਦਗੀ ਜਿਉਣ ਦੇ ਢੰਗ ਕਰਕੇ ਵੀ ਅਤੇ ਵਾਤਾਵਰਨ ਵਿੱਚ ਪ੍ਰਦੂਸ਼ਣ ਕਰਕੇ ਵੀ ਹੈ ਜਿਹਦੇ ਲਈ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ। ਬਿਮਾਰੀਆਂ ਦੀ ਬਹੁਲਤਾ ਨੂੰ ਰੋਕਣ ਲਈ ਐਲੋਪੈਥੀ ਨੇ ਬੜੇ ਮਾਅਰਕੇ ਦੇ ਕੰਮ ਕੀਤੇ ਹਨ ਅਤੇ ਕਰ ਰਹੀ ਹੈ। ਸਾਇੰਸਦਾਨ ਦਿਨ ਰਾਤ ਮਿਹਨਤ ਕਰਕੇ ਇਨਸਾਨੀ ਜ਼ਿੰਦਗੀ ਨੂੰ ਰੋਗ ਰਹਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ ਪਰ ਕਈ ਵਾਰ ਅਸੀਂ ਆਪਣੀ ਬਿਮਾਰੀ ਨੂੰ ਜਲਦੀ ਮੋੜ ਪੈਂਦਾ ਨਾ ਦੇਖ ਕੇ ਆਲੇ ਦੁਆਲੇ ਵੱਲ ਝਾਤੀ ਮਾਰਨ ਲੱਗ ਪੈਂਦੇ ਹਾਂ ਕਿ ਹੋਰ ਕੀ ਕੀਤਾ ਜਾ ਸਕਦਾ ਹੈ। ਭਾਰਤੀ ਸੰਦਰਭ ਵਿੱਚ ਤਾਂ ਇਹ ਗੱਲ ਖਾਸ ਤੌਰ 'ਤੇ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਸਾਡਾ ਸੱਭਿਆਚਾਰਕ ਤਾਣਾ ਬਾਣਾ ਅਤੇ ਧਾਰਮਿਕ ਰੰਗਤ ਕਰਕੇ ਕਈ ਭਰਮ ਭੁਲੇਖਿਆਂ ਨੇ ਸਾਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ। ਇਸ਼ਤਿਹਾਰਬਾਜ਼ੀ ਤੋਂ ਬਿਨਾਂ ਨਲਾਇਕ ਸਰਕਾਰੀ ਪਾਲਿਸੀਆਂ ਵੀ ਇਸ ਭੰਬਲ ਭੂਸੇ ਵਿੱਚ ਵਾਧਾ ਕਰਦੀਆਂ ਹਨ। ਲਾਈਲਗਤਾ ਵੀ ਸਾਡੇ ਸਮਾਜ ਦਾ ਇੱਕ ਲੱਛਣ ਹੈ ਅਤੇ ਅਸੀਂ ਗੈਰ ਬਿਆਨਕ ਗੱਲਾਂ ਨੂੰ ਝਟਕੀ ਪਟਕੀ ਮੰਨ ਲੈਂਦੇ ਹਾਂ। ਇਸੇ ਕਰਕੇ ਸਾਡੇ ਲੋਕੀ ਬਾਬਿਆਂ ਸਾਧਾਂ ਤੋਂ ਸੁਆਹ ਦੀਆਂ ਪੁੜੀਆਂ, ਮਨਸਿਆ ਪਾਣੀ, ਧਾਗੇ, ਤਵੀਜ਼, ਟੂਣੇ ਆਦਿ ਨਾਲ ਆਪਣੀਆਂ ਕਸਰਾਂ ਅਤੇ ਬਿਮਾਰੀਆਂ ਦਾ ਇਲਾਜ ਕਰਾਉਣ ਦੀਆਂ ਕੋਸ਼ਿਸ਼ਾਂ ਵਿੱਚ ਆਪਣਾ ਆਰਥਿਕ, ਮਾਨਸਿਕ ਅਤੇ ਕਈ ਕੇਸਾਂ ਵਿੱਚ ਸਰੀਰਕ ਖਿਲਵਾੜ ਵੀ ਕਰਾਉਂਦੇ ਹਨ। ਜੋਤਸ਼ੀਆਂ ਦੇ ਉਪਾਅ, ਵਾਸਤੂ ਸ਼ਾਸਤਰ, ਹਵਨ, ਯੱਗ, ਜਗਰਾਤੇ, ਸੁਖਣਾ ਸੁਖਣੀਆਂ, ਮੱਸਿਆ ਨਹਾਉਣੀਆਂ, ਚੌਂਕੀਆਂ ਭਰਨਾ ਅਤੇ ਤੀਰਥ ਯਾਤਰਾਵਾਂ ਕਰਨੀਆਂ ਤਾਂ ਕਿ ਬਿਮਾਰੀਆਂ ਅਤੇ ਘਰ ਦੀਆਂ ਪਰੇਸ਼ਾਨੀਆਂ ਤੋਂ ਬਚਾਅ ਹੋ ਸਕੇ।
ਇਹੋ ਜਿਹਾ ਇੱਕ ਵਰਤਾਰਾ ਹੈਮੋਪੈਥੀ ਦਾ ਵੀ ਹੈ ਜਿਸ ਉੱਪਰ ਸਵਾਲੀਆ ਨਿਸ਼ਾਨ ਲੱਗਦੇ ਹਨ। ਇਸ ਨੂੰ ਐਲੋਪੈਥੀ ਦੇ ਬਦਲ ਵਜੋਂ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਚੀਨੀ ਲੋਕ ਅਤੇ ਬਾਕੀ ਦੁਨੀਆ ਦੇ ਲੋਕ ਵੀ ਯੋਗਦਾਨ ਪਾਉਂਦੇ ਹਨ। ਜੜੀਆਂ ਬੂਟੀਆਂ ਦਾ ਨਾਂ ਲੈ ਕੇ ਬਾਬਾ ਰਾਮਦੇਵ ਵੀ ਆਪਣਾ ਠੱਗ ਚਲਾ ਰਿਹਾ ਹੈ। ਪੰਜਾਬੀ ਟ੍ਰਿਬਿਊਨ 27 ਅਗਸਤ 2005 ਨੇ ਹੋਮੋਪੈਥੀ ਦੀ ਕਾਰਗਰਤਾ ਉੱਪਰ ਮੁੜਨ ਸਵਾਲੀਆ ਨਿਸ਼ਾਨ ਲਗਾਇਆ ਹੈ ਕਿ ਦੁਨੀਆ ਭਾਵੇਂ ਪ੍ਰਚਲਿਤ ਦਵਾਈਆਂ ਦੇ ਬਦਲ ਵਜੋਂ ਹੋਮੋਪੈਥਿਕ ਪ੍ਰੈਕਟੀਸ਼ਨਰਾਂ ਦੇ ਦਰਾਂ ਵੱਲ ਖਿੱਚੀ ਚਲੀ ਜਾ ਰਹੀ ਹੈ, ਪਰ ਇੱਕ ਨਵੇਂ ਅਧਿਐਨ ਅਨੁਸਾਰ ਸ਼ਾਇਦ ਹੋਮੋਪੈਥਿਕ ਦਵਾਈ ਲੈਣ ਜਾਂ ਨਾ ਲੈਣ ਨਾਲ ਰੋਗੀ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਅਧਿਐਨ ਇੱਕ ਸੰਸਾਰ ਪ੍ਰਸਿੱਧ ਮੈਡੀਕਲ ਪੱਤਰਕਾਰ ਲਾਂਸ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸ ਨੂੰ ਪੜ੍ਹ ਕੇ ਹੋਮੋਪੈਥੀ ਸਣੇ ਬਦਲਵੀਂ ਚਿਕਿਤਸਾ ਪ੍ਰਣਾਲੀਆਂ ਦੇ ਪੈਰੋਕਾਰਾਂ ਨੂੰ ਗੁੱਸਾ ਚੜ੍ਹਨਾ ਸੁਭਾਵਿਕ ਹੈ। ਅਧਿਐਨ ਨੇ ਸਿੱਟਾ ਕੱਢਿਆ, ਹੋਮੋਪੈਥਿਕ ਦਵਾਈਆਂ ਦੇ ਠੋਸ ਅਸਰ ਦਾ ਬਹੁਤ ਹਲਕਾ ਜਿਹਾ ਸਬੂਤ ਮਿਲਿਆ, ਪਰ ਹੋਰ ਪ੍ਰਣਾਲੀਆਂ ਦੇ ਪ੍ਰਚਲਿਤ ਇਲਾਜਾਂ ਦੇ ਪ੍ਰਤੱਖ ਅਸਰ ਉਘੜ ਕੇ ਸਾਹਮਣੇ ਆਏ ਹਨ। ਹੋਮੋਪੈਥੀ ਦੇ 110 ਤਜਰਬੇ ਅਤੇ ਇੰਨੀ ਹੀ ਪ੍ਰਚਲਿਤ ਪ੍ਰਣਾਲੀਆਂ ਦੇ ਮੈਡੀਕਲ ਤਜਰਬੇ ਕਰਨ ਤੋਂ ਬਾਅਦ ਅਧਿਐਨ ਵਿੱਚ ਪਾਇਆ ਗਿਆ ਇਹ ਲੱਭਤ ਇਹ ਮਨੌਤ ਬਣਾਉਂਦੀ ਹੈ ਕਿ ਹੋਮੋਪੈਥੀ ਦੇ ਰੋਗ ਨੂੰ ਦੂਰ ਕਰਨ ਦੇ ਅਸਰ ਨਿਗੁਣੇ ਜਾਂ ਨਾਮਾਤਰ ਹਨ। ਆਪਣੇ ਸੰਪਾਦਕੀ ਵਿੱਚ ਪੱਤਰਕਾਰ ਨੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰੋਗੀਆਂ ਨੂੰ ਦੱਸਣ ਕਿ ਹੋਮੋਪੈਥਿਕ ਦਵਾਈਆਂ ਲੈ ਕੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਹੋਮੋਪੈਥੀ ਦਾ ਅੰਤ ਸਿਰਲੇਖ ਵਾਲੇ ਇਸ ਸੰਪਾਦਕੀ ਵਿੱਚ ਇਹ ਸਵਾਲ ਵੀ ਉਠਾਇਆ ਗਿਆ ਹੈ ਕਿ ਪਿਛਲੇ 150 ਸਾਲਾਂ ਦੇ ਤਜਰਬੇ ਅਸਰਹੀਣ ਰਹਿਣ ਦੇ ਬਾਵਜੂਦ ਹੋਮੋਪੈਥੀ ਦੀ ਲੋਕਪ੍ਰਿਯਤਾ ਬੇਤਹਾਸ਼ਾ ਕਿਵੇਂ ਵਧੀ ਹੈ। ਇਸ ਅਨੁਸਾਰ ਬਦਲਵੀਂ ਥੈਰੇਪੀ ਲਈ ਮਰੀਜ਼ਾਂ ਦੇ ਰਵੱਈਏ ਕਾਰਨ ਹੀ ਪ੍ਰਚਲਿਤ ਸਾਂਭ ਸੰਭਾਲ ਅਤੇ ਮਰੀਜ਼ ਭਲਾਈ ਨੂੰ ਵਡੇਰੇ ਖਤਰਾ ਪੈਦਾ ਹੋਇਆ ਹੈ। ਹੋਮੋਪੈਥੀ ਦੀ ਖੋਜ 1700 ਈਸਵੀ ਵਿੱਚ ਜਰਮਨ ਚਿਕਿਤਸਕ ਸੈਮੂਅਲ ਹੈਨਮਨ ਨੇ ਕੀਤੀ ਸੀ ਅਤੇ ਇਸ ਦੇ ਪ੍ਰੈਕਟੀਸ਼ਨਰਾਂ ਦਾ ਮੰਨਣਾ ਹੈ ਕਿ ਹੱਲ ਜਿੰਨਾ ਕਮਜ਼ੋਰ ਹੋਵੇਗਾ ਦਵਾਈ ਓਨੀ ਹੀ ਕਾਰਗਰ ਹੋਵੇਗੀ। ਇਕੱਲੇ ਬਰਤਾਨੀਆ ਵਿੱਚ ਹੀ ਹੋਮੋਪੈਥਿਕ ਦਵਾਈਆਂ ਦੀ ਵਿਕਰੀ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ 2004 ਵਿੱਚ ਇਹਨਾਂ ਦਾ ਕਾਰੋਬਾਰ 320 ਲੱਖ ਪਾਉਂਡ ਸੀ। ਉੱਧਰ ਬ੍ਰਿਟਿਸ਼ ਹੋਮੋਪੈਥਿਕ ਐਸੋਸੀਏਸ਼ਨ BHE, ਜਿਸ ਦੇ 1000 ਤੋਂ ਵਧੇਰੇ ਡਾਕਟਰ ਮੈਂਬਰ ਹਨ, ਨੇ ਇਸ ਅਧਿਐਨ ਦੇ ਸਿੱਟਿਆਂ ਦਾ ਤਿੱਖਾ ਵਿਰੋਧ ਕੀਤਾ ਹੈ। BHE ਦੀ ਤਰਫੋਂ ਰਾਇਲ ਲੰਡਨ ਹੋਮੋਪੈਥਿਕ ਹਸਪੀਟਲ ਦੇ ਕਲੀਨਿਕ ਡਾਇਰੈਕਟਰ ਪੀਟਰ ਫਿਸ਼ਰ ਨੇ ਕਿਹਾ, ਇਸ ਰਿਪੋਰਟ ਨੂੰ ਬੜੀ ਸਾਵਧਾਨੀ ਨਾਲ ਵਰਤਿਆ ਜਾਣਾ ਚਾਹੀਦਾ ਸੀ, ਪਰ ਇਸ ਨੂੰ ਬੋਤਲ ਦੇ ਜੈਨ ਦੀ ਤਰ੍ਹਾਂ ਕੱਢ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ, ਪੱਤਰਕਾਰ ਨੇ ਥੋੜ੍ਹੇ ਜਿਹੇ ਤਜਰਬੇ ਕੀਤੇ ਹਨ ਅਤੇ ਉਹ ਇਹਨਾਂ ਦਾ ਆਧਾਰ ਵੀ ਨਹੀਂ ਦੱਸ ਰਹੇ, ਪਰ ਫਿਰ ਵੀ ਉਹ ਹੁੰਝਾ ਫੇਰ ਨਤੀਜਿਆਂ ਉੱਤੇ ਪਹੁੰਚ ਗਏ ਅਤੇ ਇੱਕ ਬਹੁਤ ਹੀ ਕਠੋਰ ਸੰਪਾਦਕੀ ਲਿਖ ਮਾਰਿਆ। ਹੋਮੋਪੈਥੀ 200 ਸਾਲ ਤੋਂ ਹੀ ਇਹਨਾਂ ਹਮਲਿਆਂ ਦਾ ਸਾਹਮਣਾ ਕਰ ਰਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਹੋਮੋਪੈਥੀ ਦੀ ਦਵਾਈ ਤਿਆਰ ਕਿਵੇਂ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਕੀ ਕੁਝ ਪਾਇਆ ਜਾਂਦਾ ਹੈ। ਮੇਘਰਾਜ ਮਿੱਤਰ ਜੀ ਆਪਣੇ ਇਹ ਲੇਖ ਉਹਨਾਂ ਨੇ 1988 ਵਿੱਚ ਲਿਖਿਆ ਸੀ। ਅਕਤੂਬਰ-ਨਵੰਬਰ 2005 ਦੇ ਵਿਗਿਆਨ ਜੋਤ ਵਿੱਚ ਲਿਖਦੇ ਹਨ, ਹੋਮੋਪੈਥੀ ਵਿੱਚ ਦਵਾਈਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਇਹਨਾਂ ਵਿੱਚੋਂ ਇੱਕ ਸਧਾਰਨ ਦਵਾਈ ਖਾਣ ਵਾਲਾ ਲੂਣ ਹੁੰਦਾ ਹੈ, ਉਸ ਨੂੰ ਨੈਟਰਮ ਮਿਓਰ ਕਿਹਾ ਜਾਂਦਾ ਹੈ। ਸਾਰੀਆਂ ਦਵਾਈਆਂ ਦੀ ਤਿਆਰ ਕਰਨ ਦੀ ਵਿਧੀ ਇੱਕੋ ਜਿਹੀ ਹੁੰਦੀ ਹੈ, ਇਸ ਲਈ ਅਸੀਂ ਨੈਟਰਮ ਮਿਓਰ ਨੂੰ ਇੱਕ ਉਦਾਹਰਨ ਦੇ ਤੌਰ ਉੱਤੇ ਲਵਾਂਗੇ ਅਤੇ ਇਸ ਨੂੰ ਤਿਆਰ ਕਰਨ ਦੀ ਵਿਧੀ ਦਾ ਵਰਣਨ ਹੀ ਕਰਾਂਗੇ। ਤਿਆਰੀ: ਜੇ ਤੁਸੀਂ 1 ਗ੍ਰਾਮ ਖਾਣ ਵਾਲੇ ਲੂਣ ਨੂੰ ਇੱਕ ਬਰਤਨ ਵਿੱਚ ਪਾ ਲਵੋ ਅਤੇ ਇਸ ਵਿੱਚ 9 ਮਿਲੀਲੀਟਰ ਸਪਿਰਿਟ ਪਾ ਕੇ ਇਸ ਨੂੰ ਹਿਲਾ ਲਵੋ। ਇਸ ਤਰ੍ਹਾਂ ਇਹ ਲੂਣ ਅਤੇ ਸਪਿਰਿਟ ਦਾ ਇੱਕ ਤਰਲ ਬਣ ਜਾਵੇਗਾ ਅਤੇ ਇਸ ਦੀ ਪੋਟੈਂਸੀ ਤਾਕਤ 1 ਜਰਬ ਹੋ ਜਾਵੇਗੀ। ਇਸ ਘੋਲ ਵਿੱਚੋਂ 1 ਮਿਲੀਲੀਟਰ ਘੋਲ ਕਿਸੇ ਹੋਰ ਬਰਤਨ ਵਿੱਚ ਪਾ ਲਵੋ ਅਤੇ ਉਸ ਵਿੱਚ 9 ਮਿਲੀਲੀਟਰ ਸਪਿਰਿਟ ਹੋਰ ਪਾ ਦੇਵੋ ਅਤੇ ਇਸ ਨੂੰ ਹਿਲਾਓ। ਇਹ ਤੁਹਾਡੀ 2 ਪੋਟੈਂਸੀ ਯਾਨੀ ਕਿ 2 ਜਰਬ ਪੋਟੈਂਸੀ ਤਾਕਤ ਦੀ ਦਵਾਈ ਤਿਆਰ ਹੋ ਜਾਵੇਗੀ। 2 ਪੋਟੈਂਸੀ ਦੀ ਦਵਾਈ ਵਾਲੇ ਬਰਤਨ ਵਿੱਚੋਂ 1 ਮਿਲੀਲੀਟਰ ਦਵਾਈ ਲੈ ਲਓ ਅਤੇ ਉਸ ਵਿੱਚ 9 ਮਿਲੀਲੀਟਰ ਸਪਿਰਿਟ ਹੋਰ ਪਾ ਦੇਵੋ ਅਤੇ ਹਿਲਾਓ। ਇਹ ਤੁਹਾਡੀ 3 ਪੋਟੈਂਸੀ ਦੀ ਦਵਾਈ ਤਿਆਰ ਹੋ ਜਾਵੇਗੀ। ਇਸ ਤਰ੍ਹਾਂ ਵਾਰ-ਵਾਰ ਕਰਦੇ ਜਾਣ ਨਾਲ ਤੁਸੀਂ 30 ਪੋਟੈਂਸੀ, 100 ਪੋਟੈਂਸੀ, 200 ਪੋਟੈਂਸੀ, 1000 ਪੋਟੈਂਸੀ ਅਤੇ 10,000 ਪੋਟੈਂਸੀ ਯਾਨੀ ਕਿ ਜਾਂ 1 ਲੱਖ ਪੋਟੈਂਸੀ ਜਾਂ 10 ਲੱਖ ਪੋਟੈਂਸੀ ਤੱਕ ਦੀਆਂ ਦਵਾਈਆਂ ਤਿਆਰ ਕਰ ਸਕਦੇ ਹੋ। ਜਿੰਨੀ ਕਿਸੇ ਦਵਾਈ ਦੀ ਪੋਟੈਂਸੀ ਵੱਧ ਹੋਵੇਗੀ ਓਨਾ ਹੀ ਉਹ ਵੱਧ ਅਸਰਦਾਰ ਹੋਵੇਗੀ। ਇਸ ਗੱਲ ਦਾ ਦਾਅਵਾ ਸਾਰੇ ਹੋਮੋਪੈਥਿਕ ਕਰਦੇ ਹਨ। ਇਸ ਤਰ੍ਹਾਂ ਤਿਆਰ ਕੀਤੀ ਦਵਾਈ ਦਾ ਇੱਕ ਤੁਪਕਾ ਖੰਡ ਦੀਆਂ ਨਿੱਕੀਆਂ-ਨਿੱਕੀਆਂ ਗੋਲੀਆਂ ਵਿੱਚ ਪਾ ਕੇ ਤੁਹਾਨੂੰ ਇੱਕ ਦਿਨ, 1 ਮਹੀਨੇ ਜਾਂ 2 ਮਹੀਨੇ ਦੀ ਦਵਾਈ ਦੇ ਦਿੱਤੀ ਜਾਂਦੀ ਹੈ।
ਅੰਦਾਜ਼ੇ ਅਨੁਸਾਰ ਜੇ ਅਸੀਂ ਧਰਤੀ ਦੇ ਸਮੁੱਚੇ ਆਕਾਰ ਤੋਂ 920 ਗੁਣਾ ਸਪਿਰਿਟ ਵਿੱਚ 1 ਗ੍ਰਾਮ ਲੂਣ ਘੋਲ ਦਿੰਦੇ ਹਾਂ ਅਤੇ ਇਸ ਘੋਲ ਦਾ ਇੱਕ ਤੁਪਕਾ ਸਾਡੀ ਹੋਮੋਪੈਥੀ ਦੀ 30 ਪੋਟੈਂਸੀ ਦਵਾਈ ਹੋਵੇਗੀ। ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਇਸ ਤਿਆਰ ਕੀਤੀ ਦਵਾਈ ਵਿੱਚ ਦਵਾਈ ਦੀ ਅਸਲ ਵਿੱਚ ਕੋਈ ਮਾਤਰਾ ਵੀ ਹੁੰਦੀ ਹੈ ਜਾਂ ਨਹੀਂ। ਖਾਣ ਵਾਲੇ ਲੂਣ ਦਾ ਰਸਾਇਣਿਕ ਨਾਂ ਸੋਡੀਅਮ ਕਲੋਰਾਈਡ ਹੈ ਅਤੇ ਇਸ ਦਾ ਰਸਾਇਣਿਕ ਫਾਰਮੂਲਾ NaCl ਹੈ, ਯਾਨੀ ਸੋਡੀਅਮ ਦਾ ਇੱਕ ਪਰਮਾਣੂ ਅਤੇ ਕਲੋਰੀਨ ਦਾ ਇੱਕ ਪਰਮਾਣੂ ਮਿਲ ਕੇ ਸੋਡੀਅਮ ਕਲੋਰਾਈਡ ਦਾ ਇੱਕ ਅਣੂ ਬਣਾਉਂਦੇ ਹਨ। ਸੋਡੀਅਮ ਦਾ ਪਰਮਾਣੂ ਭਾਰ 23 ਅਤੇ ਕਲੋਰੀਨ ਦਾ ਪਰਮਾਣੂ ਭਾਰ 35.5 ਹੁੰਦਾ ਹੈ। ਇਸ ਤਰ੍ਹਾਂ ਸੋਡੀਅਮ ਕਲੋਰਾਈਡ ਦਾ ਪਰਮਾਣੂ ਭਾਰ 58.5 ਹੁੰਦਾ ਹੈ। ਦੁਨੀਆ ਵਿੱਚ ਹੁਣ ਤੱਕ 2005 ਤੱਕ 106 ਤੱਤ ਲੱਭੇ ਜਾ ਚੁੱਕੇ ਹਨ ਅਤੇ ਦੁਨੀਆ ਵਿੱਚ ਮਿਲਦੀਆਂ 10 ਲੱਖ ਤੋਂ ਵੱਧ ਸਾਰੀਆਂ ਵਸਤੂਆਂ ਇਹਨਾਂ 106 ਮੁੱਢਲੇ ਤੱਤਾਂ ਤੋਂ ਬਣੇ ਰਸਾਇਣਿਕ ਪਦਾਰਥਾਂ ਦੀਆਂ ਹੁੰਦੀਆਂ ਹਨ। ਹੁਣ ਜਿਹੜੀ ਤੱਤਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਬਹੁਤ ਜ਼ਿਆਦਾ ਹੈਗੀ ਆ, ਇਹ 2005 ਦੀ ਹੈ। ਤੱਤਾਂ ਦੇ ਸਭ ਤੋਂ ਛੋਟੇ ਕਣਾਂ ਨੂੰ ਪਰਮਾਣੂ ਕਹਿੰਦੇ ਹਨ। ਇਸ ਤੋਂ ਅੱਗੇ ਇਹਨਾਂ ਦੀ ਵੰਡ ਤਾਂ ਹੋ ਸਕਦੀ ਹੈ, ਪਰ ਉਹਨਾਂ ਦੇ ਛੋਟੇ ਛੋਟੇ ਕਣਾਂ ਵਿੱਚ ਵਸਤੂਆਂ ਦੇ ਗੁਣ ਨਹੀਂ ਹੁੰਦੇ। ਕਿਸੇ ਵਸਤੂ ਦੇ ਛੋਟੇ ਕਣ ਨੂੰ ਅਣੂ ਕਹਿੰਦੇ ਹਨ ਅਤੇ ਇਹ ਪਰਮਾਣੂਆਂ ਦੇ ਬਣੇ ਹੁੰਦੇ ਹਨ। ਐਵੋਗੈਡਰੋ ਸੰਖਿਆ ਸਕੂਲਾਂ ਦੀ 9ਵੀਂ ਸ਼੍ਰੇਣੀ ਦੀ ਕਿਤਾਬ ਰਸਾਇਣਿਕ ਵਿਗਿਆਨ ਦੇ ਇੱਕ ਨਿਯਮ ਅਨੁਸਾਰ ਕਿਸੇ ਵੀ ਪਦਾਰਥ ਦੇ ਗ੍ਰਾਮਾਂ ਵਿੱਚ ਅਣੂ ਭਾਰ ਵਿੱਚ ਅਣੂਆਂ ਦੀ ਸੰਖਿਆ 6.20 ਮਲਟੀਪਲਾਈ ਬਾਈ 10 ਦੀ ਪਾਵਰ 23 ਹੁੰਦੀ ਹੈ। ਅੰਦਾਜ਼ਨ 6 ਨਾਲ 23 ਸਿਫਰਾਂ ਹੁੰਦੀਆਂ ਹਨ। ਇਸ ਲਈ 58.5 ਗ੍ਰਾਮ ਲੂਣ ਵਿੱਚ ਅਣੂਆਂ ਦੀ ਸੰਖਿਆ 6.02 ਮਲਟੀਪਲਾਈ ਬਾਈ 10 ਦੀ ਪਾਵਰ 23। 1 ਗ੍ਰਾਮ ਵਿੱਚ 10 ਦੀ ਪਾਵਰ 22 ਅੰਦਾਜ਼ਨ ਅਤੇ ਇੱਕ ਪੋਟੈਂਸੀ ਵਿੱਚ ਅਣੂ 10 ਦੀ ਪਾਵਰ 22 22 ਅੰਦਾਜ਼ਨ। 2 ਪੋਟੈਂਸੀ ਵਿੱਚ ਅਣੂ 10 ਦੀ ਪਾਵਰ 21 ਅਤੇ 3 ਪੋਟੈਂਸੀ ਵਿੱਚ ਅਣੂ 10 ਦੀ ਪਾਵਰ 20 ਅਤੇ 4 ਪੋਟੈਂਸੀ ਵਿੱਚ ਅਣੂ 10 ਦੀ ਪਾਵਰ 19। ਇਸ ਤਰ੍ਹਾਂ ਘਟਦੇ ਹੋਏ 22 ਪੋਟੈਂਸੀ ਵਿੱਚ ਅਣੂ 10.1 ਰਹਿ ਜਾਂਦਾ ਹੈ। 23 ਪੋਟੈਂਸੀ ਵਿੱਚ ਅਣੂ 10 ਦੀ ਸਿਫਰ 1 ਅੰਦਾਜ਼ਨ ਰਹਿ ਜਾਂਦਾ ਹੈ। ਇਸ ਤੋਂ ਅਸੀਂ ਨਤੀਜੇ 'ਤੇ ਪਹੁੰਚਦੇ ਹਾਂ ਕਿ 2 ਪੋਟੈਂਸੀ ਦੀ ਦਵਾਈ ਵਿੱਚੋਂ ਇੱਕ ਆਦਮੀ ਨੂੰ ਇੱਕ ਅਣੂ ਮਿਲ ਸਕਦਾ ਹੈ। 24 ਪੋਟੈਂਸੀ ਦੀ ਦਵਾਈ ਵਿੱਚੋਂ 10 ਵਿਅਕਤੀਆਂ ਵਿੱਚੋਂ ਇੱਕ ਨੂੰ ਅਣੂ ਮਿਲ ਸਕਦਾ ਹੈ ਅਤੇ 25 ਪੋਟੈਂਸੀ ਦੀ 100 ਵਿਅਕਤੀਆਂ ਵਿੱਚੋਂ ਇੱਕ ਨੂੰ ਅਣੂ ਮਿਲ ਸਕਦਾ ਹੈ। 6 ਪੋਟੈਂਸੀ ਦੀ ਦਵਾਈ ਵਿੱਚੋਂ 1000 ਵਿੱਚੋਂ ਇੱਕ ਨੂੰ ਅਣੂ ਮਿਲ ਸਕਦਾ ਹੈ ਅਤੇ 27 ਪੋਟੈਂਸੀ ਦੀ ਦਵਾਈ ਵਿੱਚੋਂ 10,000 ਵਿੱਚੋਂ ਇੱਕ ਨੂੰ ਅਣੂ ਮਿਲ ਸਕਦਾ ਹੈ ਅਤੇ 28 ਪੋਟੈਂਸੀ ਦੀ ਦਵਾਈ ਵਿੱਚੋਂ 1 ਲੱਖ ਵਿੱਚੋਂ ਇੱਕ ਨੂੰ ਅਣੂ ਮਿਲ ਸਕਦਾ ਹੈ ਅਤੇ 29 ਪੋਟੈਂਸੀ ਦੀ ਦਵਾਈ ਵਿੱਚੋਂ 10 ਲੱਖ ਵਿੱਚੋਂ ਇੱਕ ਨੂੰ ਅਣੂ ਮਿਲ ਸਕਦਾ ਹੈ ਅਤੇ 30 ਪੋਟੈਂਸੀ ਦੀ ਦਵਾਈ ਵਿੱਚੋਂ 1 ਕਰੋੜ ਵਿੱਚੋਂ ਇੱਕ ਨੂੰ ਅਣੂ ਮਿਲ ਸਕਦਾ ਹੈ। ਇਸ ਤਰ੍ਹਾਂ 1 ਕਰੋੜ ਵਿਅਕਤੀ ਨੂੰ 30 ਪੋਟੈਂਸੀ ਦਵਾਈ ਵਰਤਾਉਣ ਨਾਲ ਹੋ ਸਕਦਾ ਹੈ ਕਿ ਇੱਕ ਵਿਅਕਤੀ ਦੇ ਹਿੱਸੇ ਇੱਕ ਅਣੂ ਆ ਜਾਵੇ, ਕਿਉਂਕਿ ਦਵਾਈ ਦਾ ਇੱਕ ਤੁਪਕਾ ਵੀ ਵਰਤਾਉਣਾ ਹੈ। ਇਸ ਲਈ ਅਰਬਾਂ ਵਿਅਕਤੀਆਂ ਵਿੱਚੋਂ ਕਿਸੇ ਇੱਕ ਨੂੰ ਇੱਕ ਅਣੂ ਆ ਸਕਦਾ ਹੈ ਅਤੇ ਬਾਕੀ ਸਾਰਿਆਂ ਦੇ ਬਗੈਰ ਦਵਾਈ ਦੇ ਹੀ ਰਹਿ ਜਾਣ ਦੀ ਸੰਭਾਵਨਾ ਹੈ। 30 ਪੋਟੈਂਸੀ ਤੋਂ ਵੱਧ ਪੋਟੈਂਸੀ ਵਾਲੀਆਂ ਦਵਾਈਆਂ 100 ਨੂੰ ਜਰਬ ਦੇ ਕੇ, 200 ਨੂੰ ਜਰਬ ਦੇ ਕੇ, 1000 ਨੂੰ ਜਰਬ ਦੇ ਕੇ, 1000 ਨੂੰ 10,000 ਨੂੰ ਜਰਬ ਦੇ ਕੇ ਜਾਂ 1 ਲੱਖ ਨੂੰ ਜਰਬ ਦੇ ਕੇ ਜਾਂ 1 ਕਰੋੜ ਵਿੱਚੋਂ ਕਿਸੇ ਵਿਅਕਤੀ ਨੂੰ ਕੋਈ ਦਵਾਈ ਦਾ ਅਣੂ ਮਿਲਣ ਦੀ ਸੰਭਾਵਨਾ ਨਹੀਂ ਹੁੰਦੀ ਹੈ। ਇਸ ਤਰ੍ਹਾਂ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ 23 ਪੋਟੈਂਸੀ ਹੋਮੋਪੈਥੀ ਦੀ ਦਵਾਈ ਵਿੱਚ ਵੱਧ ਤੋਂ ਵੱਧ ਇੱਕ ਅਣੂ ਹੁੰਦਾ ਹੈ। ਜੇ ਇਸ ਨੂੰ ਪਰਮਾਣੂਆਂ ਵਿੱਚ ਵੀ ਤੋੜ ਲਈਏ ਤਾਂ ਵੱਧ ਤੋਂ ਵੱਧ 2 ਪਰਮਾਣੂ ਹੋ ਸਕਦੇ ਹਨ। ਜੇ ਅਸੀਂ ਇਸ ਨੂੰ ਇਲੈਕਟ੍ਰੋਨਾਂ, ਪ੍ਰੋਟੋਨਾਂ ਅਤੇ ਨਿਊਟਰਾਨਾਂ ਵਿੱਚ ਵੀ ਤੋੜ ਲਈਏ ਤਾਂ ਇਹਨਾਂ ਦੀ ਗਿਣਤੀ ਵੱਧ ਤੋਂ ਵੱਧ 86 ਬਣ ਸਕਦੀ ਹੈ। ਇਸ ਤੋਂ ਅੱਗੇ ਕਿਸੇ ਵੀ ਪਦਾਰਥ ਨੂੰ ਤੋੜਨ ਸੰਬੰਧੀ ਅਜੇ ਖੋਜ ਜਾਰੀ ਹੈ। ਉਂਝ ਅਣੂ ਦੇ ਟੁੱਟਣ ਤੋਂ ਬਾਅਦ ਉਸ ਵਿੱਚ ਉਸ ਪਦਾਰਥ ਦਾ ਕੋਈ ਗੁਣ ਬਾਕੀ ਨਹੀਂ ਰਹਿੰਦਾ। ਇਸ ਤੋਂ ਸਾਬਤ ਹੁੰਦਾ ਹੈ ਕਿ ਹੋਮੋਪੈਥੀ ਦੀ ਦਵਾਈ ਸਪਿਰਿਟ ਦੇ ਇੱਕ ਤੁਪਕੇ ਤੋਂ ਬਗੈਰ ਹੋਰ ਕਿਸੇ ਕਿਸਮ ਦੀ ਦਵਾਈ ਦੀ ਬਿਲਕੁਲ ਹੀ ਮਾਤਰਾ ਨਹੀਂ ਹੁੰਦੀ ਹੈ। ਸਰੀਰਕ ਬਣਤਰ ਸਮਝਦੇ ਹੋਏ ਅਸੀਂ ਸਮਝਦੇ ਹਾਂ ਕਿ ਸਾਡੇ ਸਰੀਰ ਦੇ ਖਰਬਾਂ ਸੈੱਲਾਂ ਵਿੱਚ ਲੱਖਾਂ ਹੀ ਕਿਸਮਾਂ ਦੇ ਅਮੀਨੋ ਐਸਿਡ ਹੁੰਦੇ ਹਨ। ਉਹਨਾਂ ਵਿੱਚੋਂ ਕਿਸੇ ਵਿੱਚ ਹੋ ਰਹੀ ਰਸਾਇਣਿਕ ਕਿਰਿਆ ਨੂੰ ਤੇਜ਼ ਜਾਂ ਮੱਠਾ ਕਰਕੇ ਹੀ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ। ਇਸ ਲਈ ਰਸਾਇਣਿਕ ਕਿਰਿਆ ਦੇ ਤੇਜ਼ ਕਰਨ ਲਈ ਜਾਂ ਮੱਠਾ ਕਰਨ ਲਈ ਜਾਂ ਵਾਪਰ ਲਈ ਕਿਸੇ ਬਾਹਰਲੀ ਦਵਾਈ ਦੀ ਲੋੜ ਹੁੰਦੀ ਹੈ। ਹੋਮੋਪੈਥੀ ਦਵਾਈ ਵਿੱਚ ਕੋਈ ਦਵਾਈ ਨਹੀਂ ਹੁੰਦੀ, ਇਸ ਲਈ ਇਸ ਦਾ ਕੋਈ ਅਸਰ ਨਹੀਂ ਹੋ ਸਕਦਾ। ਜਰਮਨੀ ਦੀ ਸਕੈਬੇ ਕੰਪਨੀ, ਜਿਹੜੀ ਹੋਮੋਪੈਥੀ ਦੀਆਂ ਦਵਾਈਆਂ ਬਣਾਉਣ ਲਈ ਪ੍ਰਸਿੱਧ ਹੈ, ਆਪਣੀ ਦਵਾਈਆਂ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਇਹ ਸ਼ਬਦ ਲਿਖਦੀ ਹੈ: ਹੋਮੋਪੈਥੀ ਨਾ ਤਾਂ ਵਿਗਿਆਨਕ ਹੈ ਅਤੇ ਨਾ ਹੀ ਗੈਰ ਵਿਗਿਆਨਕ ਹੈ ਅਤੇ ਨਾ ਹੀ ਇਸ ਨੂੰ ਸਿੱਧ ਕਰਨ ਦੀ ਲੋੜ ਹੈ। ਦੁਨੀਆ ਦੇ 133 ਦੇਸ਼ਾਂ ਵਿੱਚ
ਤਾਂ ਹੋਮੋਪੈਥੀ ਦੀ ਪ੍ਰੈਕਟਿਸ ਕਰਨ ਸਮੇਂ ਡਾਕਟਰਾਂ ਨੂੰ ਇੱਕ ਫੱਟੀ ਲਟਕਾਉਣੀ ਪੈਂਦੀ ਹੈ ਜਿਸ ਉੱਪਰ ਲਿਖਿਆ ਹੁੰਦਾ ਹੈ ਹੋਮੋਪੈਥੀ ਦਾ ਇਨਸਾਨਾਂ ਅਤੇ ਜਾਨਵਰਾਂ ਉੱਪਰ ਕੋਈ ਅਸਰ ਨਹੀਂ ਹੁੰਦਾ। ਜਿੱਥੋਂ ਤੱਕ ਭਾਰਤ ਸਰਕਾਰ ਵੱਲੋਂ ਹੋਮੋਪੈਥੀ ਨੂੰ ਮਾਨਤਾ ਦੇਣ ਦਾ ਸਵਾਲ ਹੈ, ਇੱਥੇ ਤਾਂ ਜੋਤਿਸ਼ ਦੀ ਪੜ੍ਹਾਈ ਨੂੰ ਵੀ ਮਾਨਤਾ ਹੈ। ਇਸ ਸੰਬੰਧੀ ਵੀ ਮਹਾਂਵਿਦਿਆਲਿਆਂ ਵਿੱਚ ਵਿਭਾਗ ਬਣੇ ਹੋਏ ਹਨ। ਇੱਥੇ ਤਾਂ ਸਭ ਕੁਝ ਵੋਟਾਂ ਦੇ ਲਾਲਚ ਕਾਰਨ ਹੀ ਕੀਤਾ ਜਾਂਦਾ ਹੈ ਜਾਂ ਪ੍ਰਭਾਵਸ਼ਾਲੀ ਵਿਅਕਤੀ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਬੁੱਝੜ ਸਿਆਸਤਦਾਨਾਂ ਤੋਂ ਅਜਿਹੀਆਂ ਗੈਰ ਵਿਗਿਆਨਕ ਪ੍ਰਣਾਲੀਆਂ ਨੂੰ ਮਾਨਤਾ ਦਵਾ ਹੀ ਲੈਂਦੇ ਹਨ। ਹੋਮੋਪੈਥੀ ਦੇ ਗੈਰ ਵਿਗਿਆਨਕ ਹੋਣ ਦਾ ਇੱਕ ਹੋਰ ਵੱਡਾ ਸਬੂਤ ਇਹ ਹੈ ਕਿ ਜੇ ਇਹਨਾਂ ਦੀ ਕਿਸੇ ਵੀ ਸ਼ੀਸ਼ੀ ਤੋਂ ਦਵਾਈ ਦਾ ਲੇਬਲ ਉਤਾਰਤਾ ਜਾਵੇ ਤਾਂ ਦੁਨੀਆ ਦੀ ਕੋਈ ਵੀ ਲੈਬ ਇਸ ਨੂੰ ਟੈਸਟ ਕਰਕੇ ਨਹੀਂ ਦੱਸ ਸਕਦੀ ਕਿ ਇਹ ਕਿਹੜੀ ਵੀ ਦਵਾਈ ਹੈ, ਜਦੋਂ ਕਿ ਇਲੈਕਟ੍ਰੋਨਿਕ ਖੁਰਦਬੀਨਾਂ ਅੱਜ ਹਰ ਯੂਨੀਵਰਸਿਟੀ ਵਿੱਚ ਉਪਲਬਧ ਹਨ। ਇਸ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਇਸ ਵਿੱਚ ਦਵਾਈ ਦਾ ਕੋਈ ਵੀ ਅਣੂ ਨਹੀਂ ਹੁੰਦਾ। ਹੁਣ ਸਵਾਲ ਹੋਮੋਪੈਥੀ ਦੇ ਅਸਰ ਦਾ ਹੈ। ਸਾਰੇ ਐਲੋਪੈਥੀ ਡਾਕਟਰ ਜਾਣਦੇ ਹਨ ਕਿ ਸਾਡੇ ਸਰੀਰ ਦੇ ਅੰਦਰ ਰੋਗਾਂ ਨੂੰ ਆਪਣੇ ਆਪ ਵੀ ਠੀਕ ਕਰਨ ਦੀ ਸਮਰੱਥਾ ਦਿਨੋਂ ਦਿਨ ਮਜ਼ਬੂਤ ਹੁੰਦੀ ਜਾਂਦੀ ਹੈ ਅਤੇ ਇਸ ਤਰ੍ਹਾਂ 80% ਰੋਗ ਆਪਣੇ ਆਪ ਠੀਕ ਹੋ ਜਾਂਦੇ ਹਨ ਅਤੇ ਕੁਝ ਪ੍ਰਤੀਸ਼ਤ ਹੋਰ ਪਹਿਲੀਆਂ ਖਾਧੀਆਂ ਐਲੋਪੈਥਿਕ ਦਵਾਈਆਂ ਨਾਲ ਠੀਕ ਹੋ ਜਾਂਦੇ ਹਨ। ਉਂਝ ਵੀ ਜੰਗਲੀ ਜਾਨਵਰਾਂ ਜਾਂ 80% ਗਰੀਬਾਂ ਨੂੰ ਤਾਂ ਇਲਾਜ ਵੀ ਨਹੀਂ ਮਿਲਦਾ ਕਿ ਇਹ ਸਾਰੇ ਬਿਮਾਰੀਆਂ ਨਾਲ ਮਰ ਜਾਂਦੇ ਹਨ। ਉਹਨਾਂ ਵਿੱਚੋਂ 99% ਸਮਾਂ ਪਾ ਕੇ ਆਪਣੇ ਆਪ ਠੀਕ ਹੋ ਜਾਂਦੇ ਹਨ। ਇਸ ਲਈ ਹੋਮੋਪੈਥੀ ਧਾਗੇ ਤਵੀਤਾਂ ਨਗਾਂ ਮੁੰਦਰੀਆਂ ਟੂਣੇ ਟਾਵਣਿਆਂ ਅਤੇ ਹੋਰ ਫਜ਼ੂਲ ਕਿਸਮ ਦੇ ਅਫਵਾਹਾਂ ਦੀ ਤਰ੍ਹਾਂ ਮਾਨਸਿਕ ਤਸੱਲੀਆਂ ਤਾਂ ਦਵਾ ਸਕਦੀ ਹੈ, ਪਰ ਇਸ ਤੋਂ ਬਾਅਦ ਇਸ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਇਸੇ ਕਰਕੇ ਇਹ ਬਿਲਕੁਲ ਹੀ ਗੈਰ ਵਿਗਿਆਨਕ ਹੈ। ਲੋਕ ਹਿੱਤੀ ਸਰਕਾਰਾਂ ਨੂੰ ਇਹਦੇ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਤਾਂ ਸੀ ਜੀ ਮੇਰਾ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਇਹਦੇ ਬਾਰੇ ਜਿਹੜੀ ਆ ਹੋਰ ਭਰਵੀਂ ਡਿਸਕਸ਼ਨ ਕਰ ਸਕੀਏ ਅਤੇ ਇਹਦੇ ਬਾਰੇ ਆਪਾਂ ਸੰਵਾਦ ਕਰ ਸਕੀਏ। ਤੁਹਾਡੇ ਇਹਦੇ ਬਾਰੇ ਕੀ ਖਿਆਲ ਆ? ਮੈਂ ਤੁਹਾਡੇ ਟੈਲੀਫੋਨ ਕਾਲ ਦੀ ਵੇਟ ਕਰ ਰਿਹਾ ਤਾਂ ਕਿ ਜਾਣੀ ਕਿ ਇਹਦੇ ਬਾਰੇ ਹੋਰ ਚੀਰ ਫੜ ਕੀਤੀ ਜਾ ਸਕੇ। ਰੀਸੈਂਟਲੀ ਅਜੇ 2005 ਦੇ ਵਿੱਚ ਆਸਟ੍ਰੇਲੀਆ ਨੇ ਵੀ ਇਹਦੇ 'ਤੇ ਜਿਹੜੀ ਸੀ ਖੋਜ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਅਧਿਐਨ ਕੀਤਾ ਹੈਗਾ ਅਤੇ ਉਹਨਾਂ ਨੂੰ ਵੀ ਇਹਦੇ ਵਿੱਚੋਂ ਕੁਛ ਨਹੀਂ ਮਿਲਿਆ। ਤੁਹਾਡਾ ਇਹਦੇ ਬਾਰੇ ਕੀ ਤਜਰਬਾ ਹੈ? ਤੁਸੀਂ ਇਹਦੇ ਬਾਰੇ ਕੀ ਸੋਚਦੇ ਆ? ਤੁਹਾਨੂੰ ਇਹਦਾ ਕੋਈ ਅਸਰ ਕਦੀ ਕਿਤੇ ਦੱਸਿਆ ਹੈਗਾ ਜਾਂ ਕਿਤੇ ਇਹ ਸਿਰਫ ਪਲਸੀਬੋ ਇਫੈਕਟ ਹੀ ਹੈ? ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਜੀ ਮੈਂ ਜਗਦੀਸ਼ ਸਿੰਘ ਬੋਲਦਾ ਜੀ, ਗਲਾਸਗੋ ਤੋਂ। ਹਾਂਜੀ ਜਗਦੀਸ਼ ਸਿੰਘ ਦੀ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਬਈ ਇਲਾਜ ਹੀ ਕਰੀ ਜਾਂਦੇ ਸਭ ਦਾ ਹੈ। ਜਿਹੜੀ ਮੇਰੀ ਗੱਲ ਹੈ ਉਹ ਤੁਹਾਡੀ ਗੱਲ ਸੁਣਦਿਆਂ ਸਾਰ ਹੀ ਮੈਨੂੰ ਯਾਦ ਆਇਆ ਬਚਪਨ 'ਚ ਮੈਨੂੰ ਕੋਈ ਛੋਟੀ ਮੋਟੀ ਬਿਮਾਰੀ ਹੋਈ ਤੇ ਮੈਂ ਐਲੋਪੈਥੀ ਦੀ ਐਲੋਪੈਥੀ ਦੇ ਕੋਲ ਮੇਰਾ ਡਾਕਟਰ ਮੇਰਾ ਡੈਡੀ ਲੈ ਕੇ ਗਿਆ। ਉਹ ਦਵਾਈ ਦੀ ਕੌੜੀ ਬੜੀ ਸੀਗੀ। ਅੱਛਾ ਜੀ। ਤੇ ਜਿਹੜੇ ਹੋਮੋਪੈਥੀ ਦੇ ਲੈ ਗਿਆ ਉਹ ਮਿੱਠੀ ਜਿਹੀ ਸੀਗੀ ਤੇ ਮੈਂ ਕਿਹਾ ਯਾਰ ਇਹ ਡਾਕਟਰ ਵਧੀਆ ਤੇ ਇਹ ਦਵਾਈ ਵਧੀਆ। ਹੁਣ ਦੇਖੋ ਵੀ ਹੋਮੋਪੈਥੀ, ਐਲੋਪੈਥੀ, ਸਰਜਰੀ ਔਰ ਜੜੀ ਬੂਟੀ, ਇਹਨਾਂ ਦਾ ਫਰਕ ਸਮਝਣਾ ਪੈਂਦਾ। ਹਾਂਜੀ ਹਾਂਜੀ। ਜੜੀ ਬੂਟੀ ਦਾ ਤੁਹਾਨੂੰ ਪਤਾ ਹੀ ਹੈ ਵੀ ਦਸ਼ਾਂਦੇ ਲਿਆ ਕੇ ਆਪੇ ਉਬਾਲ ਕੇ ਪੀ ਲਓ, ਉਹਦਾ ਤਾਂ ਕੋਈ ਨੁਕਸਾਨ ਹੈ ਹੀ ਨਹੀਂ। ਹਾਂਜੀ ਹਾਂਜੀ। ਜਿਹੜੀ ਸਰਜਰੀ ਹੈ ਉਹ ਜੋ ਕੱਟ-ਵੱਢ ਕਰਨੀ ਹੁੰਦੀ ਹੈ ਉੱਥੇ ਨਾ ਐਲੋਪੈਥੀ ਕੰਮ ਆਉਂਦੀ ਹੈ ਤੇ ਨਾ ਹੋਮੋਪੈਥੀ ਕੰਮ ਆਉਂਦੀ ਹੈ। ਅੱਛਾ, ਜਿਹੜੀ ਹੋਮੋਪੈਥੀ ਹੈ ਨਾ ਉਹ ਆਮ ਤੌਰ ਤੇ ਐਲਰਜੀਜ਼ ਹੋਣ, ਆਰਥਰਾਈਟਿਸ ਹੋਵੇ, ਪੇਟ ਦੀ ਖਰਾਬੀ ਹੋਵੇ, ਮਸਲ ਪੇਨ, ਸਟ੍ਰੇਨ ਵਗੈਰਾ, ਕੋਈ ਆਸਥਮਾ ਹੋਵੇ ਜਾਂ ਸਾਈਕੋਲੋਜੀਕਲ ਕੋਈ ਕੰਡੀਸ਼ਨਸ ਹੋਵੇ, ਉਹਨਾਂ ਵਾਸਤੇ ਇਹ ਬੜੀ ਲਾਭਦਾਇਕ ਹੁੰਦੀ ਹੈ। ਇਹ ਨੈਚੁਰਲ ਸਬਸਟੈਂਸ ਇਹਨੂੰ ਕਹਿੰਦੇ ਆ, ਉਹ ਬੋਡੀ ਨੂੰ ਪ੍ਰੋਵਾਈਡ ਕਰਦੇ ਆ ਕਿ ਬੋਡੀ ਉਹ ਬਿਮਾਰੀ ਦੇ ਨਾਲ ਲੜਨ ਯੋਗ ਹੋ ਸਕਦੀ ਹੈ। ਜਦੋਂ ਕਿ ਜਿਹੜੀ ਐਲੋਪੈਥੀ ਹੈ ਉਹਦੇ 'ਚ ਸਭ ਤੋਂ ਬੜਾ ਐਗਜ਼ਾਮਪਲ ਆ ਜਾਂਦਾ ਐਂਟੀਬਾਇਓਟਿਕ। ਹਾਂਜੀ। ਉਹਦੇ ਨਾਂ ਤੋਂ ਹੀ ਹੈ ਕਿ ਉਹ ਜਿਹੜੀ ਬਿਮਾਰੀ ਦੇ ਜਿਹੜੇ ਥੋੜੇ ਜਰਮ ਹੈ ਨਾ ਉਹਦੇ ਐਂਟੀ ਤੁਹਾਨੂੰ ਉਹ ਜਿਹੜੇ ਭੇਜਦੇ ਹੈਗੇ ਆ ਏਜੰਟ ਅੰਦਰ ਤੁਹਾਡੀ ਬੋਡੀ ਦੇ, ਉਹ ਫਿਰ ਇੱਕ ਦੂਜੇ ਨਾਲ ਲੜਾਈ ਕਰਦੇ ਆ। ਹਾਂਜੀ ਹਾਂਜੀ। ਲੜਾਈ ਕਰਕੇ ਫਿਰ ਜਿਹੜਾ ਜਿੱਤ ਜਾਵੇ ਜਾਂ ਤਾਂ ਫਿਰ ਬੰਦਾ ਬਹੁਤਾ ਬਿਮਾਰ ਹੋ ਜਾਂਦਾ ਜਾਂ ਫਿਰ ਜਿਹੜੀ ਐਂਟੀਬਾਇਓਟਿਕ ਉਹ ਹਫ਼ਤੇ ਕੁ ਬਾਅਦ ਬੰਦੇ ਸਾਰਾ ਪੂਰਾ ਕੋਰਸ ਖਾਣ ਤੋਂ ਬਾਅਦ ਬੰਦਾ ਠੀਕ ਹੋ ਜਾਂਦਾ। ਬੇਸਿਕਲੀ ਗੱਲ ਇਹ ਹੈ ਕਿ ਜਿਹੜੀ ਹੋਮਿਓਪੈਥੀ ਹੈ ਇਹਦੇ ਮੇਰੇ ਖਿਆਲ 'ਚ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਇਹ ਬਿਮਾਰੀ ਦੀ ਜੜ ਨੂੰ ਖਤਮ ਕਰਦੀ ਹੈ, ਬੋਡੀ ਨੂੰ ਉਸ ਕਾਬਲ ਬਣਾ ਦਿੰਦੀ ਹੈ ਕਿ ਉਹ ਬੋਡੀ ਖੁਦ ਬਿਮਾਰੀ ਨਾਲ ਲੜ ਸਕੇ। ਬਹੁਤ ਸਾਰੇ ਲੋਕ ਜਿਹੜੇ ਨਾ ਐਲੋਪੈਥੀ ਤੋਂ ਨਿਰਾਸ਼ ਹੋ ਕੇ ਕਈ ਵਾਰੀ ਹੋਮੋਪੈਥੀ ਵੱਲ ਆਉਂਦੇ ਆ, ਪਰ ਇੱਕ ਹੈਰਾਨਗੀ ਦੀ ਗੱਲ ਹੈ ਕਿ ਐਲੋਪੈਥੀ ਵਾਲੇ ਜਿਹੜੇ ਹੋਮੋਪੈਥੀ ਦਾ ਨਾਂ ਸੁਣਦੇ ਆ ਉਹਨਾਂ ਦੇ ਮੱਥੇ ਤੇ ਤਿਉੜੀਆਂ ਪੈ ਜਾਂਦੀਆਂ। ਜਿਹੜੇ ਡਾਕਟਰ ਹੁੰਦੇ ਨੇ ਕਹਿੰਦੇ ਵੀ ਹੋਮੋਪੈਥੀ, ਉਹ ਕਹਿੰਦੇ ਕੀ ਇਹਦਾ ਨਾਂ ਲੈਤਾ, ਉਹਨਾਂ ਨੂੰ ਕੁਛ ਨਹੀਂ ਆਉਂਦਾ। ਅਸੀਂ ਸਭ ਤੋਂ ਜਿਹੜੀ ਤੁਸੀਂ ਗੱਲ ਕਰਦੇ ਸੀ ਪਲਸੀਬੋ ਇਫੈਕਟ, ਹਾਂਜੀ ਹਾਂਜੀ,
ਉਹ ਇਹ ਹੁੰਦਾ ਕਿ ਬੰਦੇ ਨੂੰ ਭਾਵੇਂ ਚੂਰਨ ਦੀ ਪੂੜੀ ਦੇਤੀ ਨਾ ਵੱਡੇ ਡਾਕਟਰ ਨੇ, ਉਹ ਬੰਦਾ ਕਹਿੰਦਾ ਵੀ ਹੁਣ ਮੈਂ ਜ਼ਰੂਰ ਠੀਕ ਹੋ ਜਾਊਗਾ, ਮੈਨੂੰ ਤਾਂ ਮਾਧੋ ਰਾਮ ਨੇ ਦਵਾਈ ਦਿੱਤੀ ਹੈ, ਡਾਕਟਰ ਮਾਧੋ ਰਾਮ ਨੇ। ਉਹ ਪਲੇਸੀਬੋ, ਉਹਦਾ ਮਤਲਬ ਇਹ ਹੁੰਦਾ ਕਿ ਉਹਨੂੰ ਦਵਾਈ ਦੇ ਅਸਰ ਤੋਂ ਜ਼ਿਆਦਾ ਉਹਨੂੰ ਦਵਾਈ ਦਾ ਜਿਹੜਾ ਇਹ ਯਕੀਨ ਹੁੰਦਾ ਕਿ ਹੁਣ ਮੈਂ ਦਵਾਈ ਖਾ ਲਈ, ਹੁਣ ਮੈਂ ਠੀਕ ਹੋ ਜਾਊਗਾ। ਮਾਈਂਡ ਇਜ਼ ਮੋਰ ਪਾਵਰਫੁਲ, ਯੈਸ, ਐਜ਼ ਦੇ ਸੇ ਮਾਈਂਡ ਇਜ਼ ਮੋਰ ਪਾਵਰਫੁਲ। ਇਹਦੇ ਵਿੱਚ ਜਿਹੜਾ ਨਾ ਅਗਰ ਕੋਈ ਕਵੇ ਕਿ ਹੋਮਿਓਪੈਥੀ ਜਿਹੜੀ ਪਲੇਸੀਬੋ ਇਫੈਕਟ ਹੈ, ਤੇ ਮੈਂ ਖਿਆਲ ਉਹਦੇ ਨਾਲ ਐਗਰੀ ਕਰਨ ਲਈ ਤਿਆਰ ਨਹੀਂ ਹੋਊਗਾ। ਹਾਂਜੀ। ਤੇ ਜਿੱਥੇ ਤੱਕ ਹੈ ਕਿ ਬਹੁਤ ਸਾਰੀ ਰਿਸਰਚ ਕਰੀ ਜਾਂਦੇ ਆ ਔਰ ਇੰਨਾ ਪੈਸਾ ਖਰਚ ਕੇ ਕਦੇ ਜਾਨਵਰਾਂ ਤੇ ਤਜਰਬਾ ਕਰ, ਕਦੇ ਇੱਧਰੋਂ ਕਰ, ਕਦੇ ਉੱਧਰੋਂ ਕਰ, ਇੱਕ ਮੁਲਕ ਤੋਂ ਦੂਜੇ ਮੁਲਕ ਤੇ ਜਾਂਦੇ ਆ, ਦਵਾਈਆਂ ਜਾਂਦੀਆਂ ਨੇ ਤੇ ਆਹ ਕਰਦੇ ਉਹ ਕਰਦੇ। ਜਿਹੜੀ ਹੋਮਿਓਪੈਥੀ ਹੈ ਉਹ ਖਾਮੋਸ਼ੀ ਦੇ ਨਾਲ ਚੁੱਪਚਾਪ ਆਪਣਾ ਕੰਮ ਕਰਦੇ ਆ ਔਰ ਉਹ ਕੋਈ ਦਿਖਾਵਾ ਕਰਨ ਲਈ ਨਹੀਂ ਜਾਂਦੇ ਹੈਗੇ ਵੀ ਸਾਡਾ ਇੰਨੇ % ਆ ਹੋ ਜਾਊਗਾ ਤੇ ਉਹਦਾ ਉਹ ਹੋ ਜਾਊਗਾ, ਔਰ ਨਾ ਹੀ ਇਹਦੇ ਵਿੱਚ ਕੋਈ ਅੰਨੀ ਕਮਾਈ ਕਰਨ ਦਾ ਕੋਈ ਬਹੁਤਾ ਚਾਂਸ ਹੈ। ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ। ਆਪਣੇ ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਜਗਦੀਸ਼ ਸਿੰਘ ਹੋਣੀ ਆਪਣੇ ਗਲਾਸਗੋ ਤੋਂ, ਸਕਾਟਲੈਂਡ ਤੋਂ। ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਜਾਂ ਮੈਂ ਯਾਨੀ ਕਿ ਜਾਂ ਆਪਣੇ ਜਿਹੜੇ ਹੋਰ ਕਾਲਰਸ ਹੈਗੇ ਆ ਜਾਂ ਦਰਸ਼ਕ ਹੈਗੇ ਆ ਉਹ ਸਾਰੀਆਂ ਗੱਲਾਂ ਨਾਲ ਸਹਿਮਤ ਹੋਣ। ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੈਗੇ ਆ। ਕੰਚੀ ਟੈਲੀਵਿਜ਼ਨ ਦਾ ਵੀ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਜਿਹੜਾ ਹੈਗਾ ਉਹ ਜ਼ਰੂਰੀ ਨਹੀਂ ਹੈ, ਕਿਉਂਕਿ ਜਿਹੜੀ ਰਿਸਰਚ ਜਾਣੀ ਕਿ ਕੀਤੀ ਹੈਗੀ ਆ ਐਲੋਪੈਥੀ ਬਾਰੇ, ਜਾਣੀ ਕਿ ਜਿਹੜੀ ਆਪਾਂ ਨੂੰ ਆਪਣੇ ਬੱਚੇ ਇੱਥੇ ਜਿਹੜੇ ਡਾਕਟਰ ਬਣਦੇ ਹੈ ਯੂਨੀਵਰਸਿਟੀਆਂ ਵਿੱਚ ਪੜ੍ਹਾਈਆਂ ਹੁੰਦੀਆਂ ਹੈਗੀਆਂ, ਅਤੇ ਜਿਹੜੀ ਜਾਣੀ ਕਿ ਹੋਮੋਪੈਥੀ ਹੈਗੀ ਆ, ਜਿਸ ਤਰ੍ਹਾਂ ਮੈਂ ਆਪਣੇ ਆਰਟੀਕਲ ਵਿੱਚ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਉਹ ਜਾਣੀ ਕਿ ਜਿਹੜਾ ਹੈਗਾ ਸਾਨੂੰ ਕਿਸੇ ਪਾਸੇ ਵੀ ਕੋਈ ਸਾਇੰਟੀਫਿਕ ਐਵੀਡੈਂਸ ਇਹਦਾ ਮਿਲਦਾ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਆ ਜੀ? ਅਤੇ ਇਹ ਜਾਣੀ ਕਿ ਜਿਹੜਾ ਹੈਗਾ ਸਾਨੂੰ ਟੈਲੀਫੋਨ ਦੀ ਜਿਹੜੀ ਥੋੜ੍ਹੀ ਜਿਹੀ ਹੈਲੋ ਜੀ, ਹੈਲੋ, ਮੇਰਾ ਖਿਆਲ ਸਾਨੂੰ ਕੁਛ ਥੋੜ੍ਹੀ ਜਿਹੀ ਮੁਸ਼ਕਿਲ ਇੱਥੇ ਆ ਰਹੀ ਹੈਗੀ ਆ ਟੈਲੀਫੋਨਸ ਦੀ। ਮੈਨੂੰ ਪਤਾ ਲੱਗਾ ਇਸ ਦੇ ਪਿੱਛੇ ਟੈਲੀਫੋਨ ਕਾਲਸ ਦੀਆਂ ਜਿਹੜੀਆਂ ਵੇਟ ਯਾਨੀ ਕਰ ਰਹੇ ਹੈਗੇ ਆ। ਪਰ ਜਿਹੜੀ ਮੈਂ ਗੱਲ ਸੀ ਕਰ ਰਿਹਾ ਵੀ ਜਿਹੜੀ ਰਿਸਰਚ ਯਾਨੀ ਜਿਹੜੀ ਕਰਦੇ ਹੈਗੇ ਆ, ਉਹ ਰਿਸਰਚ ਜਿਹੜੀ ਹੈਗੀ ਸਾਨੂੰ ਕੁਛ ਹੋਰ ਦਰਸਾਉਂਦੀ ਹੈਗੀ ਆ। ਪਰ ਜਿਹੜਾ ਸਾਡਾ ਬਿਲੀਫ ਸਿਸਟਮ ਹੈਗਾ, ਦ ਵੇ ਵੀ ਹੈਵ ਬੀਨ ਬ੍ਰੌਟ ਅਪ, ਮੇਰਾ ਖਿਆਲ ਉਹ ਸਾਡਾ ਜਿਹੜਾ ਹੈਗਾ ਬਿਲੀਫ ਸਿਸਟਮ ਹੈਗਾ ਉਹ। ਅਤੇ ਜਿਹੜੀ ਗੱਲ ਸਾਇੰਟੀਫਿਕ ਹੈਗੀ ਆ, ਅਤੇ ਜੋ ਸਾਇੰਸਦਾਨ ਜਿਸ ਤਰੀਕੇ ਨਾਲ ਉਹਨਾਂ ਨੇ ਅੰਪਾਰਸ਼ਲ ਸਟੱਡੀ ਕੀਤੀ ਹੈ, ਜਿਹੜੀ ਉਹਨਾਂ ਨੇ ਆਪਣੀ ਮੈਗਜ਼ੀਨ ਵਿੱਚ ਵੀ ਇਨਕੀ ਸਟੱਡੀ ਛਾਪੀ ਹੈ, ਅਤੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਆਸਟ੍ਰੇਲੀਆ ਵਿੱਚ ਵੀ ਇਹਦੇ ਬਾਰੇ ਜਿਹੜੀ ਹੁਣ ਰੀਸੈਂਟਲੀ 2005 ਦੇ ਵਿੱਚ ਸਟੱਡੀ ਯਾਨੀ ਕਿ ਹੋਈ ਹੈ, ਅਤੇ ਉਹਨਾਂ ਨੂੰ ਇਹਦੇ ਵਿੱਚੋਂ ਕੁਛ ਨਹੀਂ ਲੱਭਾ। ਸੋ ਇਹ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਜਦੋਂ ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਆ ਜੀ? ਹੈਲੋ ਹਾਂਜੀ, ਕੀ ਕੌਣ ਤੇ ਜੀ, ਕਿੱਥੇ ਬੋਲਦੇ ਆ, ਕੀ ਕਹਿਣਾ ਚਾਹੋਗੇ ਜੀ? ਡਾਕਟਰ ਸਾਹਿਬ ਬਲਬੀਰ ਬੋਲਦੇ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਪ੍ਰੋਗਰਾਮ ਤੁਹਾਡਾ ਸੁਣ ਰਿਹਾ ਡਾਕਟਰ ਸਾਹਿਬ, ਵਧੀਆ ਪ੍ਰੋਗਰਾਮ। ਅੱਜ ਕੱਲ੍ਹ ਕਾਫੀ ਮੈਡੀਕਲ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਹੈਗੀਆਂ। ਹਾਂਜੀ, ਤੇ ਤੁਸੀਂ ਹੋਮੋਪੈਥੀ ਦੀ ਗੱਲ ਕੀਤੀ ਹੈਗੀ ਹੈ। ਬਹੁਤ ਅੱਛੇ ਵਿਚਾਰ, ਤੁਸੀਂ ਬੜੀ ਸਰਚ ਕਰਕੇ ਗੱਲਬਾਤ ਕੀਤੀ ਸਾਰੀ। ਅੱਛਾ ਜੀ। ਹਾਂਜੀ ਤੇ ਤੁਸੀਂ ਉਦਾਂ ਝੋਟੀ ਨੂੰ ਹੱਥ ਪਾ ਲਿਆ ਹੈਗਾ। ਹਾਂਜੀ, ਗੱਲ ਇਹ ਆ ਵੀ ਕਿਉਂਕਿ ਤੁਸੀਂ ਕਾਫੀ ਇਹਦੇ ਤੇ ਡੂੰਘੀ ਵਿਚਾਰ ਕਰਕੇ ਸਾਨੂੰ ਪਹਿਲੇ ਦੱਸ ਦਿੱਤੀ ਹੈਗੀ ਆ। ਹਾਂਜੀ, ਪਰ ਗੱਲ ਇਹ ਹੈਗੀ ਆ ਬਈ ਠੀਕ ਆ ਗੱਲ, ਬਈ ਬਹੁਤ ਸਾਰੇ ਜਿਹੜੇ ਫੇਕ ਜਾਂ ਡੂੰਘੀ ਟੈਸਟ ਹੁੰਦੇ ਰਹਿੰਦੇ ਹੈਗੇ ਆ, ਜਿਹੜੇ ਲੋਕਾਂ ਨੂੰ ਦਿੰਦੇ ਆ ਨਾ, ਜਦੋਂ ਟੈਸਟ ਵੀ ਕਰਦੇ ਟਰਾਇਲ ਤੇ ਲੋਕਾਂ ਨੂੰ ਪਾਉਂਦੇ ਆ, ਕਿਸੇ ਨੂੰ ਅਸਲੀ ਦਵਾਈ ਦੇ ਦਿੰਦੇ, ਕਿਸੇ ਨੂੰ ਪਾਣੀ ਧਾਣੀ ਦੇ ਕੇ ਟਰਾਈ ਕਰਦੇ, ਤਾਂ ਏਦਾਂ ਮੰਨਿਆ ਜਾਂਦਾ। ਤਾਂ ਕਈ ਲੋਕਾਂ ਦੇ ਉੱਤੇ ਥੋੜਾ ਬਹੁਤਾ ਉਹ ਮਾਈਂਡ ਦੇ ਉੱਤੇ ਫਰਕ ਪੈ ਵੀ ਜਾਂਦਾ, ਥੋੜੇ ਚਿਰ ਲਈ ਉਹ ਉਹਨਾਂ ਨੂੰ ਲੱਗਦਾ ਵੀ ਸਾਨੂੰ ਦਵਾਈ ਦਿੱਤੀ। ਪਰ ਜੇ ਕੋਈ ਡੂੰਘੀ ਬਿਮਾਰੀ ਹੋਵੇ ਨਾ, ਕੋਈ ਕੈਂਸਰ ਵਗੈਰਾ ਦੀ ਬਿਮਾਰੀ ਹੋਵੇ, ਕੋਈ ਸਟ੍ਰੋਕ ਦੀ ਬਿਮਾਰੀ ਹੋਵੇ, ਜੇ ਤੁਸੀਂ ਡੂੰਘੀ ਇਲਾਜ ਕਰੋਗੇ ਤਾਂ ਉਹਦਾ ਕੋਈ ਇਲਾਜ ਹੋਣੇ ਵਾਲਾ ਹੈ। ਬਿਲਕੁਲ। ਜੇ ਹੁਣ ਅਸੀਂ ਮਿੱਠੀਆਂ ਗੋਲੀਆਂ ਵੀ ਦੇ ਲਈਏ ਨਾ, ਵੀ ਉਹਨਾਂ ਕੋਈ ਉਹ ਕੈਂਸਰ ਹਟ ਜੂਗੀ, ਕੋਈ ਏਦਾਂ ਦਾ ਹੱਲ ਸਾਡੇ ਸਾਹਮਣੇ ਕੋਈ ਆਇਆ ਨਹੀਂ ਹੈਗਾ। ਇਹ ਜਿਹੜੀ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੈਗੀਆਂ। ਇੱਕ ਤਾਂ ਗੱਲ ਇਹ ਹੈਗੀ ਵੀ ਇਹ ਜਿਹੜੇ ਜਿੰਨੇ ਵੀ ਹੋਮੋਪੈਥ ਹੈ, ਸ਼ਾਇਦ ਉਹਨਾਂ ਦੇ ਹਿਸਾਬ ਨਾਲ ਬਹੁਤ ਚੰਗਾ ਉਹ ਕਰਦੇ ਹੋਣਗੇ, ਜਾਂ
ਬਹੁਤ ਸਾਰਾ ਉਹਨਾਂ ਦੇ ਰਿਜ਼ਲਟ ਚੰਗੇ ਆਏ ਹੋਣਗੇ, ਪਰ ਮੈਂ ਆਪਣੇ ਲਈ ਵੀ ਬਹੁਤ ਸਾਰੀਆਂ ਟਰਾਈਆਂ ਕੀਤੀਆਂ ਹੈਗੀਆਂ ਔਰ ਕਾਫੀ ਜਿਹੜੇ ਹੋਮਿਓਪੈਥ ਟਰਾਈ ਕੀਤੇ ਹੈਗੇ ਆ ਚੰਗੇ ਉਹਨਾਂ ਦੇ ਵਿੱਚੋਂ ਕੋਈ ਖਾਸ ਦਵਾਈ ਕਿਸੇ ਨੇ ਕੰਮ ਨਹੀਂ ਉਹਨਾਂ ਦੀ ਨਹੀਂ ਕੀਤਾ ਸਾਡੇ ਉੱਤੇ। ਜੇ ਹਾਂ ਥੋੜੀ ਬਹੁਤੀਆਂ ਗੱਲਾਂ ਲਈ ਹੋ ਸਕਦੀ ਕੋਈ ਕਰਦੀ ਹੋਵੇ, ਮੈਨੂੰ ਪਤਾ ਨਹੀਂ ਹੈ, ਪਰ ਜਿੰਨੇ ਖਾਸ ਜਦੋਂ ਕੋਈ ਖਾਸ ਤੁਸੀਂ ਕਿਸੇ ਬਿਮਾਰੀ ਨਾਲ ਘਿਰ ਜਾਂਦੇ ਆ ਤਾਂ ਉਦੋਂ ਫਿਰ ਉਹ ਜੇ ਕੰਮ ਨਾ ਕਰੇ ਤਾਂ ਸਾਨੂੰ ਏਦਾਂ ਲੱਗਦਾ ਵੀ ਇਹ ਦਵਾਈ ਕੰਮ ਨਹੀਂ ਕਰ ਰਹੀ ਹੈਗੀ ਤੇ ਇਹਦਾ ਕੋਈ ਫਾਇਦਾ ਨਹੀਂ। ਔਰ ਇੰਡੀਆ ਤੋਂ ਵੀ ਇੱਥੋਂ ਵੀ ਟਰਾਈਆਂ ਕੀਤੀਆਂ ਹੈਗੀਆਂ। ਸੋ ਦੂਜੀ ਗੱਲ ਇਹ ਇਹਨਾਂ ਦੀ ਹੈਗੀ ਹੈ ਵੀ ਜਿਹੜੇ ਹੋਮਿਓਪੈਥ ਹੈ ਕਦੀ ਇਹ ਸਾਨੂੰ ਦੱਸਦੇ ਨਹੀਂ ਵੀ ਸਾਨੂੰ ਦਿੱਤਾ ਕੀ ਆ ਅਸੀਂ। ਬਿਲਕੁਲ ਜਿਹੜੀ ਉਹਨਾਂ ਦੀ ਪ੍ਰਿਸਕ੍ਰਿਪਸ਼ਨ ਹੈ ਨਾ ਉਹ ਤੁਹਾਨੂੰ ਕਹੂਗੇ ਵੀ ਜੇ ਅਸੀਂ ਕਈ ਵਾਰੀ ਗੱਲ ਕੀਤੀ ਹੈ ਹੋਮਿਓਪੈਥ ਡਾਕਟਰਾਂ ਨਾਲ ਵੀ ਜੇ ਅਸੀਂ ਆਪਣੇ ਜੀਪੀ ਨੂੰ ਦੱਸਣਾ ਹੋਵੇ ਵੀ ਅਸੀਂ ਕਿਹੜੀ ਹੋਰ ਦਵਾਈ ਖਾ ਰਹੇ ਹਾਂ ਤਾਂ ਕੀ ਅਸੀਂ ਦੱਸੀਏ, ਉਹ ਕਹਿੰਦੇ ਵੀ ਤੁਸੀਂ ਹੋਮਿਓਪੈਥੀ ਦੱਸ ਦਿਓ। ਅੱਛਾ, ਹੁਣ ਜੇ ਤੁਸੀਂ ਹੋਮਿਓਪੈਥੀ ਦੱਸਦੇ ਆ ਤਾਂ ਜੇ ਮੈਂ ਡਾਕਟਰ ਦੇ ਜੀਪੀ ਤੋਂ ਕੋਈ ਦਵਾਈ ਲਿਆ ਕੇ ਦੇਖਾਂ ਤਾਂ ਸਾਰੀ ਡਿਟੇਲ ਉਹਦੇ ਵਿੱਚ ਦਿੱਤੀ ਹੁੰਦੀ ਕੱਲੀ ਦਵਾਈ ਦੀ, ਕਿਹੜੀ ਦਵਾਈ ਇਹਦੇ ਵਿੱਚ ਪਾਈ ਹੈਗੀ ਆ ਔਰ ਇਹ ਸਾਨੂੰ ਕੀ ਫਾਇਦਾ ਤੇ ਕੀ ਨੁਕਸਾਨ ਕਰ ਸਕਦੀ ਹੈ। ਬਿਲਕੁਲ ਬਲਵੀਰ ਜੀ, ਉਹਦੇ ਵਿੱਚ ਤਾਂ ਦੱਸਿਆ ਹੁੰਦਾ ਵੀ ਕਿਹੜੇ ਇਨਗਰੀਡੀਐਂਟਸ ਹੈਗੇ ਆ, ਉਹਨਾਂ ਦਾ ਕੀ ਫਾਇਦਾ ਹੋਣਾ ਤੇ ਜਿਹੜਾ ਉਹਦੇ ਸਾਈਡ ਇਫੈਕਟਸ ਕੀ ਹੋਣੇ ਹੈਗੇ ਆ। ਪਰ ਇਹਦੇ ਵਿੱਚ ਤਾਂ ਇਹ ਤਾਂ ਸ਼ੂਗਰ ਦੀਆਂ ਗੋਲੀਆਂ ਹੈ, ਇਹਦੇ ਵਿੱਚ ਤਾਂ ਦਵਾਈ ਵੀ ਨਹੀਂ ਹੁੰਦੀ ਕੁਛ ਵੀ। ਦੇਖੋ ਨਾ, ਜੇ ਮੈਂ ਕਿਸੇ ਹੋਮਿਓਪੈਥ ਨੂੰ ਇਹ ਗੱਲ ਦੱਸਾਂ ਵੀ ਮੈਂ ਦਵਾਈ ਕੀ ਖਾਂਦਾ ਐਲੋਪੈਥੀ ਜਿਵੇਂ ਦੱਸਾਂ, ਜੇ ਮੈਂ ਉਹਨੂੰ ਇਹ ਦੱਸਾਂ ਵੀ ਮੈਂ ਤਾਂ ਐਲੋਪੈਥੀ ਖਾਂਦਾ, ਮੈਂ ਦਵਾਈ ਕਿਸੇ ਦਾ ਨਾਂ ਨਾ ਲਵਾਂ, ਹਾਂਜੀ ਬਿਲਕੁਲ ਐਲੋਪੈਥੀ ਖਾਂਦਾ, ਤਾਂ ਮੈਂ ਉਹਨੂੰ ਕੀ ਦੱਸਿਆ, ਕੁਛ ਵੀ ਨਹੀਂ ਦੱਸਿਆ ਹੈਗਾ। ਨਾਲੇ ਤੋਂ ਬਿਨਾਂ ਬਲਵੀਰ ਜੀ ਇਹ ਤੋਂ ਬਿਨਾਂ ਹਰ ਇੱਕ ਬਿਮਾਰੀ ਦੀ ਵੱਖਰੀ ਗੋਲੀ ਹੈ, ਵੱਖਰੀ ਦਵਾਈ ਦਿੰਦੇ ਹੈਗੇ ਆ, ਉਹਦੀ ਵੱਖਰੀ ਮਾਤਰਾ ਹੈ। ਹਾਂਜੀ ਤੋ ਇਹ ਗੱਲਾਂ ਪਤਾ ਹੈਗੀਆਂ ਵੀ ਇਹਦੇ ਉੱਤੇ ਹੋ ਸਕਦਾ ਕੋਈ ਹੋਰ ਵੱਖਰੇ ਤਰ੍ਹਾਂ ਦੀ ਖੋਜ ਦੀ ਲੋੜ ਹੋਵੇ। ਹਾਂ, ਇਹ ਤੇ ਕਿਹਾ ਜਾਂਦਾ ਵੀ ਜਿਹੜੀ ਇਹ ਦਵਾਈਆਂ ਹੈਗੀਆਂ ਹੋਮਿਓਪੈਥੀ ਦਵਾਈਆਂ ਹੈਗੀਆਂ ਜਾਣੀ ਇਹਨਾਂ ਦੀ ਥਿਊਰੀ ਇਸ ਬੇਸ ਤੇ ਚੱਲਦੀ ਵੀ ਜਿਹੜਾ ਲੋਹਾ ਕਹਿੰਦੇ ਵੀ ਲੋਹੇ ਨੂੰ ਕੱਟਦਾ ਹੈਗਾ, ਏਦਾਂ ਇਹ ਦਵਾਈਆਂ ਬਣਦੀਆਂ ਹੈਗੀਆਂ, ਪਰ ਲੋਹਾ ਹੀ ਇਕੱਲਾ ਲੋਹੇ ਨੂੰ ਕੱਟਦਾ, ਲੱਕੜੀ ਤਾਂ ਲੱਕੜੀ ਨੂੰ ਨਹੀਂ ਕੱਟਦੀ। ਠੀਕ ਹੈ ਆਪਣੇ ਬਲਵੀਰ ਜੀ, ਬਹੁਤ ਮਿਹਰਬਾਨੀ। ਥੋੜਾ ਜਿਹਾ ਸੋਚਣ ਦੀ ਗੱਲਬਾਤ ਹੈਗੀ ਹੈ ਵੀ ਮੈਨੂੰ ਤਾਂ ਕੋਈ ਜਾਣੀ ਫਾਇਦਾ ਹੋਇਆ ਨਹੀਂ ਕਈ ਸਾਲਾਂ ਦੇ ਵਿੱਚ। ਠੀਕ ਹੈ, ਥੈਂਕ ਯੂ ਬਲਵੀਰ ਜੀ, ਬਹੁਤ ਮਿਹਰਬਾਨੀ। ਹਾਂਜੀ ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ हैं? ਵੈਲਕਮ ਹੈ ਜੀ। ਹੈਲੋ मेरा ख्याल इत्थे जोड़ा है सानू कुछ थोड़ी जी दिक्कत आ रही हैगी टैलीफोन की, क्योंकि टैलीफोन दूसरा यानी खराब हैगा तो ये जोड़ा उन्होंने मैनू टैलीफोन इत्थे मैंने दिता है वो कुछ थोड़ी जी मुश्किल जान के आ रही है कॉल्स की, मैंने पता लगे कॉल्स वेट कर रही हैगियां, जाओ ना वेट जन थोड़ी कॉल जी हैगी असीं जरूर लवांगे, क्योंकि होम्योपैथी बारे जिस तरह मैं गल की है, क्योंकि मैं भी यूनीवर्सिटी में अल्टरनेटिव थैरेपीज़ जोड़ा सीगा ते ओह पढ़ाउंदा रहा है। साढ़े कई तरह दी धारनावां हैगियां, हाँ जी फलाने तो मिलाउण दे नाल जिहड़ा हैगा ओह काम बन जांदा जी। ते हेलो जी, कौन थे जी, कित्थों बोलदे हैं जी? हेलो जी, मैं धनचंद मेहर बोलदा साहब जी। हाँ जी मेहर साहब, की कहना चाहोगे ਇਹਦੇ ਵਿੱਚ होम्योपैथी बारे? पहली गल तो है डॉक्टर साहब साडा जिहड़ा ਇਹ मौजू है ये बहुत वधिया, थैंक यू जी। ਇਹਦੇ ਵਿੱਚ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਜਿਹੜੀ ਹੋਮਿਓਪੈਥੀ ਟ੍ਰੀਟਮੈਂਟ ਦੀ ਗੱਲ ਹੈਗੀ ਆ ਉਹਦੇ ਬਾਰੇ ਇਫੈਕਟ ਕੁਝ ਹੁੰਦਾ ਜਾਂ ਨਹੀਂ ਹੁੰਦਾ, ਇਹਦੇ ਵੱਲ ਜਾਣ ਤੋਂ ਪਹਿਲਾਂ ਮੈਂ ਇਹ ਦੱਸਣਾ ਕਿ ਉਹ ਪਪੂਲਰ ਕਿਉਂ ਆ। ਕਿਉਂਕਿ ਜਿਹੜੇ ਦੂਸਰੇ ਡਾਕਟਰਸ ਹੈਗੇ ਆ ਜਾਂ ਕੋਈ ਵੀ ਮੈਡੀਕਲ ਐਕਸਪਰਟਸ ਹੈਗੇ ਆ ਉਹ ਮਰੀਜ਼ ਦੀ ਗੱਲ ਉਨੀ ਦੇਰ ਨਹੀਂ ਸੁਣਦੇ ਹੈ ਜਿੰਨੀ ਦੇਰ ਇਹ ਹੋਮਿਓਪੈਥ ਸੁਣ ਲੈਂਦੇ ਆ। ਕਿਉਂਕਿ 40-45 ਮਿੰਟ ਤੁਹਾਨੂੰ ਪਤਾ ਕਿ ਜਦੋਂ ਨਾ ਕਿਸੇ ਬਿਮਾਰ ਦੀ ਜਿਹੜੀ ਗੱਲ ਸੁਣੀ ਜਾਵੇ ਤੇ ਉਹ 50% ਵੈਸੇ ਉਹ ਰਿਲੀਫ ਉਹਨੂੰ ਮਿਲ ਜਾਂਦੀ ਹੈ ਕਿ ਮੇਰੀ ਉਹ ਗੱਲ ਸੁਣਨ ਵਾਲਾ ਤਾਂ ਹੈ। ਬੰਦਾ ਬਿਮਾਰੀ ਨਾਲ ਦੁਖੀ ਹੁੰਦਾ, ਜਦੋਂ ਉਹ ਆਪਣੇ ਮਨ ਦੀ ਗੱਲ ਸਾਰੀ ਖੁੱਲ ਕੇ ਕਰਦਾ ਡਾਕਟਰ ਦੇ ਨਾਲ ਜਾਂ ਹੋਮਿਓਪੈਥ ਦੇ ਨਾਲ, ਤੇ ਕਿ ਉਹਨਾਂ ਦੇ ਸਵਾਲ ਵੀ ਇੱਕ ਅਜੀਬ ਹੁੰਦੇ ਆ, ਬੱਦਲ ਦੇ ਵਜਦੇ ਤੁਸੀਂ ਕਿੱਦਾਂ ਫੀਲ ਕਰਦੇ ਆ, ਜਾਂ ਤੁਸੀਂ ਤੁਰਦੇ ਆ ਧਮਕ ਕਿੱਦਾਂ ਪੈਂਦੀ ਆ, ਜਾਂ ਵੀ ਜੇ ਹਨੇਰਾ ਹੋਇਆ ਤੁਸੀਂ ਕਿੱਦਾਂ ਫੀਲ ਕਰਦੇ ਆ, ਜਾਂ ਤੁਸੀਂ ਫੁੱਲ ਦੇ ਕੋਲ ਖੜੇ ਆ। ਬੰਦਾ ਆਮ ਇਹਨਾਂ ਗੱਲਾਂ ਬਾਰੇ ਖਾਸ ਨੋਟਿਸ ਕਰਦਾ ਹੀ ਨਹੀਂ। ਇਹ ਗੱਲਾਂ ਬਿਮਾਰੀ ਨਾਲ ਭਾਵੇਂ ਬੰਦੇ ਨੂੰ ਕੈਂਸਰ ਹੋਵੇ ਤੇ ਉਹ ਕਿਉਂਕਿ ਉਹ ਬੰਦਾ ਦੱਸਣਾ ਚਾਹੁੰਦਾ ਆਪਣਾ ਦੁੱਖ। ਜਦੋਂ ਬੰਦਾ ਓਪਨਲੀ ਦੁੱਖ ਦੱਸ ਦਿੰਦਾ ਫਿਰ ਉਹ ਫੈਸਲਾ ਕਰਦਾ ਵੀ ਇਹਨੂੰ ਜੋ ਮਰਜ਼ੀ ਦੇ ਦਿਓ ਕੋਈ ਗੱਲ ਨਹੀਂ, ਬੰਦਾ ਹਲਕਾ ਹੋ ਗਿਆ। ਕਈ ਵਾਰ ਬੰਦਾ ਨਾ ਬਹੁਤ ਭਰਿਆ ਹੁੰਦਾ
ਹੁੰਦਾ ਵਿੱਚੋਂ ਗੁੱਸੇ ਵਿੱਚ ਉਹਨੂੰ ਮਰ ਜਾ ਕੇ ਇਹ ਕਹਿੰਦੇ ਕੋਈ ਗੱਲ ਨਹੀਂ ਛੱਡ ਜਾ ਉਸੇ ਕਰ ਲਵਾਂਗੇ ਉਹ ਇੰਨੇ 'ਚ ਬੰਦਾ ਠੰਡਾ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ। ਬਿਮਾਰ ਬੰਦੇ ਦੀ ਗੱਲ ਜਦੋਂ ਉਹਦੀ ਬਿਮਾਰੀ ਦੇ ਬਾਰੇ ਆਪਾਂ ਡੀਟੇਲ ਵਿੱਚ ਗੱਲ ਤੋਂ ਪੁੱਛ ਲੈਂਦੇ ਆ ਉਹਨਾਂ ਅਗਰੀ ਕਰ ਜਾਂਦੇ ਆ ਵੀ ਯੈਸ ਤੈਨੂੰ ਬਿਮਾਰੀ ਹੈਗੀ ਆ। ਹਾਂਜੀ 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 ਹਾਂਜੀ। ਉਹ ਬੰਦਾ ਆਪਣੇ ਆਪ ਨੂੰ ਬੜਾ ਸਕੂਨ ਜਿਹਾ ਮਹਿਸੂਸ ਕਰਦਾ, ਆਰਾਮ ਜਿਹਾ ਮਹਿਸੂਸ ਕਰਦਾ ਤਾਂ ਉਹਨੂੰ ਲੱਗਦਾ ਕਿ ਮੈਨੂੰ ਇਹ ਬੰਦਾ ਠੀਕ ਕਰ ਦੂਗਾ ਕਿ ਕੋਈ ਗੱਲ ਸੁਣ ਲਈ ਆ। ਹਾਂਜੀ ਹਾਂਜੀ ਹਾਂਜੀ। ਉਦੋਂ ਬਾਅਦ ਜੋ ਇਹ ਮਾਇੰਡ ਸੈਟ ਦੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਉਹ ਸਮਝਦਾ ਕਿ ਇਸ ਬੰਦੇ ਨੇ ਗੱਲ ਸੁਣੀ ਆ, ਜਿਹੜੀ ਇਹਨੂੰ ਦਵਾ ਦੇਣੀ ਆ ਉਹਨੇ ਕੰਮ ਕਰਨਾ ਤੇ ਉਹ ਕੰਮ ਨਾ ਵੀ ਕਰੇ ਜੇ ਤਾਂ ਉਹਨੂੰ ਕੋਈ ਜੈਨੂਇਨ ਬਿਮਾਰੀ ਹੋਈ ਫਿਰ ਤਾਂ ਉਹਨੇ ਕੰਮ ਨਹੀਂ ਕਰਨਾ ਕਿਉਂਕਿ ਉਹ ਦਵਾ ਨਹੀਂ ਹੈ। ਬਿਲਕੁਲ ਬਿਲਕੁਲ ਬਿਲਕੁਲ। ਜੇ ਉਹਨੂੰ ਬਿਮਾਰੀ ਘੱਟ ਹੋਈ ਤਾਂ ਮਨ 'ਚ ਵਹਿਮ ਜ਼ਿਆਦਾ ਹੋਇਆ ਮੈਂ ਮਰ ਗਿਆ, ਮੈਨੂੰ 6 ਦਿਨ ਹੋ ਗਏ ਟੋਇਲਟ ਹੀ ਨਹੀਂ ਆਈ ਤੇ ਉਹ ਬੰਦਾ ਸੋਚਣ ਲੱਗ ਪੈਂਦਾ। ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਬਹੁਤ ਵਾਰੀ ਏਦਾਂ ਵੀ ਹੁੰਦੀ ਆ ਕਿ ਬੰਦਾ ਨਾ ਬਹੁਤ ਥੋੜੇ ਡਾਕਟਰ ਕੋਲ ਜਾ ਕੇ ਦੇ ਅੱਕ ਜਾਂਦਾ ਤਾਂ ਮੈਂ ਠੀਕ ਨਹੀਂ ਹੁੰਦਾ ਫਿਰ ਏਦਾਂ ਕਿ ਬੰਦਾ ਪਾਣੀ ਦਾ ਦੇਤਾ ਬੰਦਾ ਮਹਿਸੂਸ ਕਰਦਾ ਕਿ ਮੇਰੇ ਟ੍ਰੀਟਮੈਂਟ ਸ਼ਾਇਦ ਹੋ ਗਈ ਆ। ਮੈਂ ਇੱਕ ਗੱਲ ਉਹਨਾਂ ਦੇ ਪੱਖ ਵਿੱਚ ਵੀ ਕਰਦਾ। ਮੈਨੂੰ ਇੱਕ ਵਾਰੀ ਟਰਬਲ ਹੋਈ ਸੀ, ਮੈਂ ਤੁਹਾਨੂੰ ਸ਼ੇਅਰ ਕੀਤੀ ਸੀ ਗੱਲ ਇੱਕ ਟਾਈਮ ਤੇ। ਹਾਂਜੀ ਹਾਂਜੀ। ਮੈਨੂੰ ਕਿਸੇ ਨੇ ਇਹ ਐਡਵਾਈਸ ਕੀਤਾ ਕਿ ਫਲਾਣੇ ਦਾ ਪੁਰਾਣਾ ਡਾਕਟਰ ਹੈਗਾ ਤੂੰ ਉਹਦੇ ਕੋਲ ਜਾ। ਮੈਂ ਉਹਦੇ ਕੋਲ 3 ਵਾਰੀ ਗਿਆ ਤਾਂ ਉਹਨੂੰ 3 ਵਾਰੀ ਮੈंने ਗੱਲਾਂ ਹੀ ਕੀਤੀਆਂ। ਉਦੋਂ ਬਾਅਦ ਚ ਉਹਨੂੰ ਬਾਕੀ ਪਰ ਮੇਰੀ ਉਹ ਪਤਾ ਨਹੀਂ ਮੇਰੇ ਦਿਮਾਗ 'ਚ ਵੀ ਹੋ ਸਕਦੀ ਆ ਪਰ ਮੈਨੂੰ ਉਹ ਮੇਲੇ ਕੰਮ ਕਰ ਗਈ ਉਹ। ਠੀਕ ਆ ਠੀਕ ਆ ਠੀਕ ਆ ਠੀਕ ਆ। ਉਹਦਾ ਪਤਾ ਨਹੀਂ ਕਿੱਦਾਂ ਹੋਇਆ। ਦੂਸਰੀ ਗੱਲ ਇਹ ਦੱਸੋ ਕਿ ਸਭ ਤੋਂ ਜੋ ਮੈਂ ਸਮਝਦਾ ਇਹ ਆ ਕਿ ਹੋਮਿਓਪੈਥ ਉਹ ਕੋਈ ਟ੍ਰੀਟਮੈਂਟ ਨਹੀਂ ਹੈ ਮੇਰੇ ਤੌਰ ਤੇ। ਬਿਲਕੁਲ ਬਿਲਕੁਲ। ਪਰ ਮੈਂ ਇਹ ਸਮਝਦਾ ਕਿ ਜਦੋਂ ਕਿਸੇ ਦੇ ਮਨ ਵਿੱਚ ਹੋਵੇ ਕਈ ਵਾਰੀ ਤੁਸੀਂ ਇਹ ਕਹਿੰਦੇ ਜੇ ਤੁਹਾਨੂੰ ਕੋਈ ਤਕਲੀਫ ਏਦਾਂ ਕਰੇ ਵੀ 2 ਦਿਨ ਭੁੱਖਾ ਰਹੇ। ਜਦੋਂ ਤੁਸੀਂ ਭੁੱਖੇ ਰਹਿੰਦੇ ਆ ਤੁਹਾਡੀ ਬੋਡੀ ਤੇ ਜਿਹੜਾ ਪ੍ਰੈਸ਼ਰ ਆ ਉਹ ਘੱਟ ਜਾਂਦਾ। ਬਿਲਕੁਲ ਬਿਲਕੁਲ। ਟਰੂ। ਤੁਹਾਡਾ ਆਪਣੇ ਤੁਸੀਂ ਸੁਣਿਆ ਹੋਊ ਗੱਲ ਇਹ ਆਮ ਕਹਿੰਦੇ ਜੇ ਜਿਹੜੀ ਕੌਂਸਟੀਪੇਸ਼ਨ ਆ ਉਹ ਸਾਰੀਆਂ ਬਿਮਾਰੀਆਂ ਦੀ ਮਾਂ ਆ। ਤੁਸੀਂ ਕਿਸੇ ਬੰਦੇ ਨੂੰ ਵੀ ਕੌਂਸਟੀਪੇਸ਼ਨ ਠੀਕ ਕਰਕੇ ਭਾਵੇਂ ਗੋਲੀ ਕੋਈ ਵੀ ਦੇ ਦਿਓ। ਬਿਲਕੁਲ ਬਿਲਕੁਲ ਬਿਲਕੁਲ। ਮੇਰਾ ਕੋਈ ਨਾ ਭਾਵੇਂ ਅਦਰਕ ਦੇ ਦਿਓ, ਅਦਰਕ ਦੇ ਕਿਸੇ ਨੂੰ ਦੇ ਦਿਓ ਪੀਸ ਉਹਦਾ ਸਟਮਕ ਕਲੀਅਰ ਹੋ ਜਾਣਾ। ਹੀ ਵਿਲ ਫੀਲ ਲਾਟ ਬੈਟਰ। ਠੀਕ ਆ ਠੀਕ ਆ। ਇਦਾਂ ਦੀ ਸੋਚ। ਦੂਜੀ ਗੱਲ ਇਹ ਕਿ ਅਸੀਂ ਆਪਾਂ ਪੰਜਾਬੀ ਹਾਂ ਨਾ ਆਪਣੇ ਵਿੱਚ ਇੱਕ ਬਹੁਤ ਬੜੀ ਵਧੀਆ ਖੂਬੀ ਆ। ਤੁਸੀਂ ਬੰਦੇ ਨੂੰ ਕਹਿ ਦਿਓ ਵੀ ਮੈਨੂੰ ਤਾਂ ਆਹ ਇੰਨਾ ਚਿਰ ਹੋਇਆ ਟੈਨਸ਼ਨ ਹੋਈ ਆ ਵੀ ਠੀਕ ਨਹੀਂ ਹੁੰਦੀ ਵੀ ਸਾਡੇ ਸਾਰਾ ਟੱਬਰ ਜਿਹੜੇ ਸਾਡੇ ਬਾਬੇ ਪਰਦਾਦੇ ਏਦਾਂ ਹੀ ਮਰੇ ਆ ਤੇ ਹਰ ਕੋ ਇਲਾਜ ਹੈਗਾ ਜਿੰਨੇ ਪੰਜਾਬੀ ਆ। ਹਾਂਜੀ ਹਾਂਜੀ। ਕਿਸੇ ਨੇ ਕਹਿਣਾ ਵੀ ਤੂੰ ਏਦਾਂ ਕਰੀਏ ਵੀ ਸ਼ਿਮਲਾ ਮਿਰਚ ਲਿਆ ਕੇ ਅਦਰਕ ਪਾ ਦੇ ਵਿੱਚ ਤੂੰ ਭਿੰਡੀਆਂ ਥੋੜੀਆਂ ਪਾ ਦੇ ਉਹ ਖਾਓ ਉਹਨਾਂ ਜਾਨੀ ਠੀਕ ਆ। ਪੰਜਾਬ ਵਿੱਚ ਸਭ ਸ਼ੋਅ ਜਾਣਾ ਉਹਨਾਂ ਨੂੰ ਇਹ ਗੱਲ ਕਰਦੀ ਹੈ ਪਰ ਦੇਸੀ ਕਰਦੇ ਜਿਹੜੀ ਨਾ ਮੈਡੀਸਿਨ ਹੈਗੀ ਆ ਪ੍ਰੋਪਰ ਡਾਕਟਰ ਦੇ ਕੋਲ ਲੈਣੀ ਚਾਹੀਦੀ ਆ। ਠੀਕ ਹੈ ਜੀ। ਚਾਹੇ ਉਹ ਦਵਾ ਦੇਣ ਚਾਹੇ ਨਾ ਇਦੋਂ ਵਧੀਆ ਇਲਾਜ ਹੋ ਕਿਤੇ ਹੈ ਨਹੀਂ। ਜਿਹੜੀ ਮੈਡੀਸਿਨ ਹੈਗੀ ਆ ਉਹੋ ਹੀ ਪ੍ਰੋਪਰਲੀ ਬਣੀਆਂ ਆ ਟੈਸਟ ਹੋਈਆਂ ਆ ਉਦੋਂ ਵਧੀਆ ਹੋਰ ਕੋਈ ਇਲਾਜ ਨਹੀਂ ਹੋਣਾ ਚਾਹੀਦਾ ਨਾ ਹੈ ਹੀ। ਓਕੇ ਮੇਰ ਸਾਹਿਬ ਥੈਂਕ ਯੂ ਬਹੁਤ ਬਹੁਤ ਵਧੀਆ। ਓਕੇ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਧੰਨਚੰਦ ਮੇਹਰ ਹੋਣੀ। ਤੁਸੀਂ ਵੀ ਆਪਣੇ ਹਿਸਾਬ ਨਾਲ ਵਿਚਾਰ ਸਾਂਝੇ ਕਰ ਸਕਦੇ ਆ। ਤੁਸੀਂ ਕੀ ਸੋਚਦੇ ਆ ਇਹਦੇ ਬਾਰੇ। ਜਿਹੜਾ ਟੈਲੀਫੋਨ ਨੰਬਰ ਹੈਗਾ ਸਾਡਾ ਉਹ ਆ ਵੀ ਰਿਹਾ ਹੈਗਾ। ਹੈਲੋ ਜੀ ਕੌਣ ਤੇ ਜੀ ਕਿੱਥੇ ਬੋਲਦੇ ਆ ਜੀ। ਹੈਲੋ ਜੀ ਕੌਣ ਤੇ ਜੀ ਕਿੱਥੇ ਬੋਲਦੇ ਆ ਜੀ। ਹੈਲੋ ਰਿਸ਼ੀ ਮੈਂ ਪਾਲ ਬੋਲ ਰਿਹਾ ਕੰਟਰੀ ਤੋਂ। ਪਾਲ ਕੀ ਕਹਿਣਾ ਚਾਹੋਗੇ ਇਸ ਚੱਕਰ ਬਾਰੇ। ਹਾਂਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਜਿੱਦਾਂ ਤੁਸੀਂ ਦੱਸਿਆ ਕਿ ਵੀ ਸ਼ਾਇਦ ਉਹ ਚ ਦਵਾਈ ਵੀ ਨਹੀਂ ਹੁੰਦੀ। ਹਾਂਜੀ ਜਿੱਦਾਂ ਤੁਸੀਂ ਦੱਸਿਆ ਕਿ ਕਿੱਦਾਂ ਬੰਦੇ ਦੀ ਵੰਡ ਹੁੰਦੀ ਆ ਉਹਨਾਂ ਦੀ। ਤੇ ਮੈਨੂੰ ਤੇ ਮੈਂ ਕਈ ਵਾਰ 1-2 ਵਾਰੀ ਇੰਟਰਵਿਊ ਸੁਣੀਆਂ ਇਹਨਾਂ ਦੀਆਂ ਤੇ ਉਹ ਇਹ ਵੀ ਕਹਿੰਦੇ ਨੇ ਮਤਲਬ ਉਸ ਗੱਲ ਤੋਂ ਸਿੱਧ ਹੋ ਜਾਂਦਾ ਜਦੋਂ ਉਹ ਕਹਿੰਦੇ ਨੇ ਕਿ ਤੁਸੀਂ ਆਪਣੀ ਜੀਪੀ ਦੀ ਦਵਾਈ ਨਾ ਛੱਡਿਓ ਹਨਾ ਤੇ ਸਾਡੀ ਵੀ ਦਵਾਈ ਲਓ। ਇਹਦਾ ਮਤਲਬ ਤਾਂ ਕੋਈ ਇਹੀ ਆ ਕਿ ਵੀ ਇਹ ਸਾਇੰਟੀਫਿਕ ਨਹੀਂ ਆ ਜਿੱਦਾਂ ਤੁਸੀਂ ਦੱਸਿਆ ਹੈ ਨਾ। ਇਹ ਤੋਂ ਬਿਨਾਂ ਪਾਲ ਜੀ ਇਹਨਾਂ ਨੇ ਇਹ ਵੀ ਜਿਹੜਾ ਪ੍ਰੂਵ ਕੀਤਾ ਹੈਗਾ ਵੀ ਉਹਦੇ ਜਦੋਂ ਤੁਸੀਂ ਕੋਈ ਦਵਾਈ ਐਲੋਪੈਥੀ ਖਾਂਦੇ ਆ ਤੇ ਤੁਸੀਂ ਇਹ ਵੀ ਹੋਮੋਪੈਥੀ ਦੀ ਵੀ ਖਾਣੀ ਸ਼ੁਰੂ ਕਰਦੇ ਉਹਦੇ ਨਾਲ ਤੁਹਾਡੇ ਇੰਟਰਫੀਰੈਂਸ ਦਵਾਈ ਦੇ ਨਾਲ ਉਹ ਹੋ ਕੇ ਤੋਂ ਸਮਾਂ ਤੋਂ ਤੁਹਾਡਾ ਜ਼ਿਆਦਾ ਨੁਕਸਾਨ ਕਰ ਸਕਦੀ ਹੈ। ਹੋ ਸਕਦਾ ਹਾਂ ਠੀਕ ਹੈ ਬਿਲਕੁਲ ਹਾਂਜੀ ਹਾਂ।
ਬਿਲਕੁਲ ਬਿਲਕੁਲ ਬਿਲਕੁਲ। ਫਿਰ ਇਹਨਾਂ ਇਹ ਮਤਲਬ ਵੀ ਟ੍ਰੀਟਮੈਂਟ ਦੀ ਜਿਹੜੀ ਗੱਲ ਕਰਦੇ ਨੇ, ਇਹ ਮੇਨ ਤਾਂ ਮੈਨੂੰ ਇਹ ਕਾਉਂਸਲਿੰਗ ਹੀ ਲੱਗਦੀ ਹੈ ਇਹਨਾਂ ਦੀ ਐਕਚੁਅਲੀ। ਬਿਲਕੁਲ ਹਾਂ, ਇਹ ਕਾਉਂਸਲਿੰਗ ਬੇਸ ਤੇ ਹੀ ਇਹਨਾਂ ਦੀਆਂ ਜਿਹੜੀਆਂ ਦੁਕਾਨਾਂ ਚੱਲਦੀਆਂ ਨੇ। ਉਹ ਇਹਨਾਂ ਦਾ ਟ੍ਰੀਟਮੈਂਟ ਫਿਰ ਏਡਾ ਲੰਮਾ ਦੱਸਦੇ ਨੇ ਕਿ ਵੀ 3-4 ਮਹੀਨੇ ਜਦ ਤੱਕ ਤਾਂ ਇਹਦਾ ਰਿਜ਼ਲਟ ਵੀ ਨਹੀਂ ਕੱਢ ਸਕਦੇ ਤੁਸੀਂ, ਹੈ ਨਾ। ਤੇ ਅੱਛਾ, ਪਰ ਮੈਂ ਤਾਂ ਸਿੱਧੀ ਜੀ ਗੱਲ ਕਹਿਣਾ, ਇਹਨਾਂ ਦੀ ਕੁਐਸਚਨ ਮੇਰਾ ਇਹੀ ਹੁੰਦਾ ਇਹਨਾਂ ਨੂੰ ਕਿ ਵੀ ਭਾਈ ਤੁਹਾਡੀ ਕੋਲ ਪੇਨ ਕਿਲਰ ਹੈ ਕੋਈ ਗੋਲੀ? ਜਿੱਦਾਂ ਹੁਣ ਆਪਾਂ ਇੱਥੇ ਅਸੀਂ ਕੰਮ ਤੇ ਜਾਣਾ ਆ, ਆਪਣਾ ਸਵੇਰੇ ਸਿਰ ਦੁਖਦਾ ਆ, ਮਤਲਬ ਪੇਨ ਕਿਲਰ ਲੈਂਦੇ ਆ, ਪਰ ਠੀਕ ਹੋ ਜਾਂਦਾ, ਆਪਾਂ ਦਿਹਾੜੀ ਲਾ ਕੇ ਆ ਜਾਂਦੇ ਆ। ਇਹਨਾਂ ਦੀ ਕੋਈ ਪੇਨ ਕਿਲਰ ਹੈ? ਮੈਨੂੰ ਤਾਂ ਅਜੇ ਤੱਕ ਜਵਾਬ ਨਹੀਂ ਮਿਲਿਆ। ਬਿਲਕੁਲ ਬਿਲਕੁਲ ਬਿਲਕੁਲ। ਸੋ ਜੇ ਇਹਨਾਂ ਕੋਲ ਪੇਨ ਕਿਲਰ ਨਹੀਂ ਹੈਗੀ ਤਾਂ ਫਿਰ ਜਿਹੜੀ ਸਟੋਰੀਆਂ ਹੀ ਬਣਾਉਂਦੇ ਨੇ, ਕੁਝ ਦੱਸਣਗੇ ਕਿ ਜੇ ਤੁਸੀਂ ਹੈਡੇਕ ਦੱਸਦੇ ਆ ਤਾਂ ਇਹ ਕਹਿੰਦੇ ਨੇ ਕਿ ਵੀ ਮਤਲਬ ਕਿ ਵੀ ਉਹ ਹੈਡੇਕ ਦਾ ਅਸੀਂ ਕਾਰਨ ਲੱਭ ਕੇ ਉਹਦਾ ਇਲਾਜ ਕਰਨਾ ਆ, ਕਿ ਵੀ ਪੇਨ ਕਿਲਰ ਨਹੀਂ ਦੇਣੀ। ਤੇ ਫਿਰ ਇਹਨਾਂ ਦਾ ਕੰਮ ਵੀ ਫਿਰ ਬਾਬਿਆਂ ਵਾਲਾ ਹੀ ਹੋਇਆ ਹੈ ਨਾ। ਹਾਂ ਬਿਲਕੁਲ, ਬਾਬੇ ਵਾਲਾ ਕੰਮ। ਠੀਕ ਹੈ ਪਾਲ ਜੀ, ਬਿਲਕੁਲ 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 ਠੀਕ ਹੈ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਪ੍ਰੀਤਮਪਾਲ ਹੁਣ ਇਕਵੈਂਟਰੀ ਤੋਂ, ਜਿਨ੍ਹਾਂ ਨੇ ਆਪਣੇ ਨਾਲ ਟੈਲੀਫੋਨ 'ਤੇ ਗੱਲ ਕੀਤੀ, ਆਪਣੇ ਵਿਚਾਰ ਸਾਂਝੇ ਕੀਤੇ। ਤੁਸੀਂ ਯਾਨੀ ਕਿ ਇਹਦੇ ਬਾਰੇ ਕੀ ਸੋਚਦੇ ਹੈਗੇ ਆ, ਜ਼ਰੂਰ ਸਾਨੂੰ ਦੱਸਣਾ। ਟੈਲੀਫੋਨ ਕਾਲ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈਗੀ, ਸਾਡੇ ਨਾਲ ਲਾਈਨਾਂ ਖੁੱਲ੍ਹੀਆਂ ਹੈਗੀਆਂ, 0300 770 2246 ਸਾਡਾ ਨੰਬਰ ਹੈ। ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕੀਤੀ ਵੀ ਸਾਨੂੰ ਕੁਛ ਟੈਲੀਫੋਨ ਦੀਆਂ ਜਿਹੜੀਆਂ ਦਿੱਕਤ ਆ ਰਹੀ ਹੈ, ਇਸ ਕਰਕੇ ਜਿਹੜਾ ਹੈਗਾ ਮੇਰੇ ਤੋਂ ਜਿਹੜਾ ਸਿਸਟਮ ਦਿੱਤਾ ਹੈਗਾ ਉਹ ਕਿਸੇ ਵੇਲੇ ਜਿਹੜੀ ਕਾਲ ਹੈਗੀ ਆ ਉਹ ਠੀਕ ਤਰ੍ਹਾਂ ਨਹੀਂ ਲੈ ਹੁੰਦੀ, ਪਰ ਤੁਸੀਂ ਮਾਫ਼ ਕਰੋਗੇ, ਅਸੀਂ ਛੇਤੀ ਯਾਨੀ ਕਿ ਇਹਦੇ ਬਾਰੇ ਜਿਹੜਾ ਹੈਗਾ ਇਹਨੂੰ ਸਾਰੇ ਸਿਸਟਮ ਨੂੰ ਠੀਕ ਕਰ ਰਹੇ ਹੈਗੇ ਆ। ਕਿਉਂਕਿ ਜਿਹੜੀ ਕੋਈ ਵੀ ਰਿਸਰਚ ਤੁਸੀਂ ਕਰਦੇ ਹੈਗੇ ਆ, ਉਹਦਾ ਮੈਥਡ ਹੁੰਦਾ ਹੈਗਾ, ਮੈਥਡੋਲੋਜੀ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਰਿਸਰਚ ਕਰਕੇ ਦੇਖਦੇ ਆ। ਕਿਉਂਕਿ ਮੈਂ ਇੱਥੇ ਯੂਨੀਵਰਸਿਟੀ ਵਿੱਚ PhD ਸਟੂਡੈਂਟਸ ਨੂੰ ਜਿਹੜੀ ਰਿਸਰਚ ਹੈਗੀ, ਮੈਥਡੋਲੋਜੀ, ਉਹ ਪੜ੍ਹਾਉਂਦਾ ਰਿਹਾ ਹੈਗਾ ਵੀ ਰਿਸਰਚ ਕਿੱਦਾਂ ਕਰੀਦੀ ਹੈ। ਅਤੇ ਜਦੋਂ ਫਿਰ ਰਿਸਰਚ ਯਾਨੀ ਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੇ ਇਹਦੇ 'ਤੇ ਕੀਤੀ ਹੈ, ਅਤੇ ਉਹਨਾਂ ਨੂੰ ਇਹਦਾ ਕੋਈ ਵੀ ਕਿਸੇ ਪਾਸਿਓਂ ਕੋਈ ਐਵੀਡੈਂਸ ਨਹੀਂ ਮਿਲਿਆ ਜਿਹਦੇ ਕਰਕੇ ਕੋਈ ਬਿਮਾਰੀ ਜਿਹੜੀ ਹੈਗੀ ਆ ਉਹ ਠੀਕ ਯਾਨੀ ਕਿ ਹੋ ਗਈ ਹੋਵੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਮੈਂ ਜੀ ਇੱਥੋਂ ਕੀਰਤਨ ਚੌਹਾਨ ਬੋਲਦਾ, ਬਰਮਿੰਘਮ ਤੋਂ। ਚੌਹਾਨ ਸਾਹਿਬ, ਕੀ ਕਹਿਣਾ ਚਾਹੋਗੇ ਹੋਮਿਓਪੈਥੀ ਬਾਰੇ? ਦੇਖੋ, ਅੱਜ ਜਿਹੜਾ ਵਿਸ਼ਾ ਰੱਖਿਆ ਹੈ ਬਹੁਤ ਮਹੱਤਵਪੂਰਨ ਵਿਸ਼ਾ ਆ। ਹਾਂਜੀ, ਥੈਂਕ ਯੂ। ਕਿਉਂਕਿ ਬੰਦੇ ਦੀ ਸਿਹਤ ਦੇ ਨਾਲ ਜਿਹੜਾ ਸੰਬੰਧਿਤ ਆ। ਪਰ ਗੱਲ ਤਾਂ ਹੈਗੀ ਆ ਵੀ ਆਪਾਂ ਕਿੱਥੇ ਰਹਿੰਦੇ ਆ, ਉੱਥੇ ਦੇ ਲੋਕਾਂ ਦੀ ਕੀ ਸੋਚ ਆ। ਹਾਂਜੀ ਹਾਂਜੀ। ਕਿਉਂਕਿ ਹੁਣ ਜੇ ਆਪਾਂ ਪੰਜਾਬ ਦੀ, ਭਾਰਤ ਦੀ ਗੱਲ ਕਰੀਏ ਤਾਂ ਉੱਥੇ ਲੋਕਾਂ ਨੂੰ ਗਿਆਨ ਹੀ ਹੈ ਨਹੀਂ। ਬਿਲਕੁਲ ਬਿਲਕੁਲ। ਪਹਿਲਾਂ ਉਹ ਬਾਬੇ ਕੋਲ ਜਾਣਗੇ, ਉਹ ਆਪਾਂ ਹੁਣ ਤਾਂ ਫਿਰ ਜਿੱਦਾਂ ਜੋ ਕੁਛ ਆਉਂਦਾ ਹੁਣ ਤਾਂ ਪੈਸੇ ਲੈਣੇ ਆ ਔਰ ਗਲਤ ਪਾਸੇ ਲੱਗਣਾ, ਜਾਂ ਫਿਰ ਅਰਦਾਸ ਕਰਾਉਣਗੇ। ਨਹੀਂ, ਉਹ ਫਿਰ ਜਿਹੜਾ ਕੁਝ ਉਹਨੇ ਹੁਣ ਤਾਂ ਉਹੀ ਦੱਸਣਾ। ਪਰ ਉਹ ਜਿਉਂ-ਜਿਉਂ ਗਿਆਨ ਵੱਧਦਾ ਜਾਂਦਾ, ਇਹ ਮਤਲਬ ਸਿਹਤ ਦੇ ਬਾਰੇ ਵੀ ਤੁਸੀਂ ਦੇਖੋ ਤੇ ਜਿੱਧਰ ਵਿਗਿਆਨ ਆ ਬਿਲਕੁਲ ਉਹੀ ਸਹੀ ਆ। ਬਿਲਕੁਲ। ਕਿਉਂਕਿ ਦੇਖੋ, ਜਦ ਕੋਈ ਬੰਦਾ ਬਿਮਾਰ ਹੁੰਦਾ, ਜਦ ਤੱਕ ਉਹ ਜਿਹੜੇ ਕੋਲ ਜਾਣਾ ਉਹਨੂੰ ਡਾਇਗਨੋਸ ਨਹੀਂ ਕਰਦਾ ਵੀ ਇਹਨੂੰ ਕੀ ਬਿਮਾਰੀ ਹੈ। ਕਿਉਂਕਿ ਪਹਿਲਾਂ ਤਾਂ ਇੰਨੀਆਂ ਦਵਾਈਆਂ ਹੈ ਹੀ ਨਹੀਂ ਸੀ। ਹਾਂਜੀ ਹਾਂਜੀ। ਹੁਣ ਦੇਖ ਲਓ ਵੀ ਜੇ ਮਤਲਬ ਬੰਦੇ ਨੂੰ ਕਬਜ਼ ਹੁੰਦੀ ਹੈ ਤਾਂ ਫਿਰ ਉਹ ਜ਼ਿਆਦਾ ਬਿਮਾਰੀਆਂ ਹੁੰਦੀਆਂ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਉਹ ਫਿਰ ਤੁਹਾਨੂੰ ਮਤਲਬ ਜਿਹੜਾ ਹੋਰ ਕਈ ਨੁਕਸ ਪੈਂਦੇ ਆ। ਈਵਨ ਜਿਹੜਾ ਜ਼ੁਕਾਮ ਵੀ ਹੈਗਾ ਆ, ਜੇ ਜ਼ੁਕਾਮ ਤੁਸੀਂ ਵਕਤ ਸਿਰ ਇਲਾਜ ਨਹੀਂ ਕਰਾਉਂਦੇ ਉਹ ਵੀ ਵੱਧ ਜਾਂਦਾ। ਬਿਲਕੁਲ ਬਿਲਕੁਲ। ਜਿਹੜੀ ਇਨਫੈਕਸ਼ਨ ਆ ਜਦ ਵੱਧਦੀ ਆ ਤਾਂ ਉਹ ਤਾਂ ਤੁਹਾਡੇ ਲੰਗਸ ਤੇ ਅਟੈਕ ਹੁੰਦਾ। ਪਰ ਉਹ ਕਿਉਂਕਿ ਵੱਡੀ ਤਾਂ ਗੱਲ ਆ ਵੀ ਇੱਕ ਬਹੁਤ ਧਿਆਨ ਦਾ ਵਿਸ਼ਾ ਆ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਜੇ ਤੁਸੀਂ ਗਲਤ ਪਾਸੇ ਚਲੇ ਗਏ ਫਿਰ ਤਾਂ ਤੁਸੀਂ ਠੀਕ ਹੋਣਾ ਹੀ ਨਹੀਂ। ਬਿਲਕੁਲ ਬਿਲਕੁਲ। ਯਾਨੀ ਕੁਝ ਬਿਮਾਰੀਆਂ ਹੈਗੀਆਂ ਉਹ ਮਨ ਦੀ ਤਸੱਲੀ ਦੀਆਂ। ਹਾਂਜੀ ਹਾਂਜੀ ਹਾਂਜੀ। ਕਈ ਵਾਰੀ ਬੰਦੇ ਨੂੰ ਕੋਈ ਖਾਸ ਬਿਮਾਰੀ ਨਹੀਂ ਹੁੰਦੀ ਪਰ ਉਹ ਫਿਕਰ ਕਰਦਾ। ਹਾਂਜੀ ਹਾਂਜੀ। ਉਹ ਫਿਰ ਮਨ ਤੇ ਵੀ ਬੋਝ ਰਹਿੰਦਾ। ਪਰ ਬੜੀ ਤਾਂ ਗੱਲ ਇਹ ਹੈਗੀ ਆ ਵੀ ਦੇਖੋ, ਜਿੱਥੇ ਤੁਸੀਂ ਰਹਿੰਦੇ ਆ, ਮੈਂ ਤਾਂ ਇੱਥੇ ਵੀ ਦੇਖਿਆ ਵੀ ਜਿਹੜੇ ਇੱਥੇ GP ਆ ਉਹਨਾਂ ਦਾ ਵੀ ਗਿਆਨ ਵੱਖਰਾ ਆ। ਹਾਂਜੀ ਹਾਂਜੀ ਹਾਂਜੀ। ਉਹ ਕਿਉਂਕਿ ਉਹ ਜਦ ਕਈ ਵਾਰੀ ਤੁਹਾਨੂੰ ਜਿਹੜੇ ਟੈਸਟ ਆ ਉਹ ਟੈਸਟਾਂ ਨਹੀਂ ਉਹਨਾਂ ਨੂੰ ਪਤਾ ਲੱਗਦਾ। ਪਰ ਫਿਰ ਉਹ ਜਦ ਸਹੀ ਮਤਲਬ ਡਾਇਗਨੋਸ ਹੁੰਦਾ ਉਹ ਫਿਰ ਮਤਲਬ ਫਿਰ ਇਲਾਜ ਹੁੰਦਾ। ਬਿਲਕੁਲ। ਦਵਾਈ ਦਿੱਤੀ ਜਾਂਦੀ ਹੈ। ਹੁਣ ਇੱਥੇ ਵੱਡੀ ਤਾਂ ਗੱਲ ਆ ਵੀ ਜਿਹੜੀ ਦਵਾਈ ਦਿੱਤੀ ਜਾਂਦੀ ਆ ਨਾਲ ਦੱਸਿਆ ਵੀ ਜਾਂਦਾ ਵੀ ਇਹਦੇ ਵਿੱਚ ਕੀ ਚੀਜ਼ਾਂ ਆ। ਐਬਸੋਲੂਟਲੀ ਇੰਗਰੀਡੀਐਂਟਸ ਦੱਸੇ ਹੁੰਦੇ ਨੇ, ਕਿਹੜੇ ਕਿਹੜੇ ਕੈਮੀਕਲਸ ਹੈ, ਉਹਦੇ ਸਾਈਡ ਇਫੈਕਟ ਵੀ ਦੱਸੇ ਜਾਂਦੇ ਆ। ਬਿਲਕੁਲ, ਪੂਰਾ ਪਰਚਾ ਦਿੰਦੇ ਜੀ ਉਹ।
ਕਿਉਂਕਿ ਹੁਣ ਤੁਸੀਂ ਦੇਖੋ ਵੀ ਜਿਹੜੀ ਰਾਮਦੇਵ ਦੀ ਗੱਲ ਆ ਉਹ ਡਾਕਟਰਾਂ ਨੂੰ ਉੱਤੇ ਕੇਸ ਕੀਤਾ, ਜਿਹੜੀ ਮੈਡੀਕਲ ਐਸੋਸੀਏਸ਼ਨ ਹੈ। ਬਿਲਕੁਲ ਬਿਲਕੁਲ ਬਿਲਕੁਲ। ਉਹਨੇ ਕਿਹਾ ਵੀ ਇਹ ਬੰਦਾ ਤਾਂ ਪੜਿਆ ਹੀ ਨਹੀਂ, ਯਾਨੀ ਉਹ ਮੈਟ੍ਰਿਕ ਵੀ ਨਹੀਂ ਬੰਦਾ। ਇਦਾਂ ਹੀ ਹੈ ਜੀ, ਇਦਾਂ ਹੈ, ਇਦਾਂ ਹੀ। ਉਹ 9ਵੀਂ ਜਮਾਤ ਚੋਂ ਹਟਿਆ, ਉਹਦਾ ਨਾਂ ਰਾਮ ਕ੍ਰਿਸ਼ਨ ਯਾਦਵ ਸੀ। ਹਾਂਜੀ ਹਾਂਜੀ, ਅੱਜ ਉਹ ਜਾਨੀ ਅਰਬਾਂ ਰੁਪਏ ਕਮਾ ਲਿਆ। ਬਿਲਕੁਲ 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 ਬਿਲਕੁਲ। ਉਹ ਜਿਹੜੇ ਦੇਖੋ ਜਿਹੜੀ ਪੜ੍ਹਾਈ ਕੀਤੀ ਹੈ ਲੋਕ ਉਹਨਾਂ ਕੋਲ ਜਾਂਦੇ ਨਹੀਂ। ਇਦਾਂ ਹੀ ਹੈ ਜੀ, ਇਦਾਂ ਹੈ, ਇਦਾਂ ਹੈ। ਕਿਉਂਕਿ ਉਹ ਲੋਕਾਂ ਨੂੰ ਪਤਾ ਹੀ ਨਹੀਂ, ਉਹ ਲੋਕ ਮਗਰ ਲੱਗੇ ਹੋਏ ਆ ਬਸ। ਕਿਉਂਕਿ ਦੇਖੋ ਇਹ ਜਿਹੜਾ ਸਿਹਤ ਨਾਲ ਖਿਲਵਾੜ ਕਰਨ ਵਾਲੀ ਗੱਲ ਆ। ਬਿਲਕੁਲ ਬਿਲਕੁਲ ਬਿਲਕੁਲ। ਬਾਕੀ ਬੜੀ ਤਾਂ ਗੱਲ ਹੈ, ਕੋਈ ਬੋਲਦਾ ਨਹੀਂ ਕਿਉਂਕਿ ਜਿਹੜੇ ਲੋਕ ਉਧਰ ਹੋਏ ਜ਼ਿਆਦਾ ਨਿਪੜਤਾ ਬਹੁਤ ਹੈ, ਬਹੁਤ ਜ਼ਿਆਦਾ। ਕਿਉਂਕਿ ਉਹ ਵੱਡੀ ਤਾਂ ਗੱਲ ਆ ਵੀ ਜਿਹੜੀ ਹੁਣ ਜੋ ਸਰਕਾਰ ਹੀ ਜਦ ਜਿਹੜੇ ਮਿਨਿਸਟਰ ਹੀ ਆ ਜੋਤਸ਼ੀਆਂ ਕੋਲ ਜਾਂਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਯਾਨੀ ਇੰਡੀਆ ਦਾ ਜਿਹੜਾ ਤੁਸੀਂ ਦੇਖੋ ਐਜੂਕੇਸ਼ਨ ਮਿਨਿਸਟਰ ਹੈ ਉਹ ਖੁਦ ਕਹਿੰਦਾ ਵੀ ਜੋਤਿਸ਼ ਵਿਗਿਆਨ ਹੈ। ਇਦਾਂ ਹੀ, ਇਦਾਂ ਹੈ। ਉਹ ਮੁਲਕ ਦਾ ਕਲਿਆਣ ਕਿੱਦਾਂ ਹੋ ਜਾਊ? ਕਿਉਂਕਿ ਇਹ ਤਾਂ ਮਤਲਬ ਜਿਹੜੇ ਉਹਨਾਂ ਲੋਕਾਂ ਦਾ ਯਾਨੀ ਕੰਟਰੋਲ ਚਾਹੀਦਾ ਜਿਨ੍ਹਾਂ ਕੋਲ ਨੌਲੇਜ ਹੈ। ਐਬਸੋਲੂਟਲੀ ਐਬਸੋਲੂਟਲੀ। ਯਾਨੀ ਜਿਹਨਾਂ ਕੋਲ ਸਾਇੰਟੀਫਿਕ ਸਟੱਡੀ ਹੈ, ਯਾਨੀ ਇਹ ਬੋਡੀ ਦੀ ਸਟੱਡੀ ਹੋਣੀ ਚਾਹੀਦੀ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਤਦੇ ਤੰਦਰੁਸਤ ਹੋਣਾ। ਠੀਕ ਹੈ ਠੀਕ ਹੈ ਚੌਹਾਨ ਸਾਹਿਬ, ਬਹੁਤ ਵਧੀਆ ਵਿਸ਼ਾ ਰੱਖਿਆ ਹੈ ਔਰ ਲੋਕਾਂ ਦਾ ਇਹਦੇ ਬਾਰੇ ਗਿਆਨ ਵਧਣਾ ਚਾਹੀਦਾ। ਬਹੁਤ ਮਿਹਰਬਾਨੀ ਚੌਹਾਨ ਸਾਹਿਬ। ਜੈ ਭੀਮ ਜੈ ਭਾਰਤ। ਇਹ ਤਾਂ ਸੀ ਫਕੀਰ ਚੰਦ ਚੌਹਾਨ ਹੋਣੀ। ਤੁਸੀਂ ਵੀ ਜਿਹੜਾ ਹੈਗਾ ਸਾਨੂੰ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਨੰਬਰ ਜਿਸ ਦਾ ਤੁਹਾਨੂੰ ਪਤਾ ਹੈ ਕਿ 0300 770 2246। ਕਿਉਂਕਿ ਜਿੰਨੀ ਦੇਰ ਕੋਈ ਸਾਇੰਟੀਫਿਕ ਐਵੀਡੈਂਸ ਨਹੀਂ ਸਾਡੇ ਕੋਲ ਮਿਲਦਾ ਕਿਸੇ ਦਵਾਈ ਦਾ, ਵੀ ਉਹਦਾ ਅਸਰ ਕੀ ਹੋ ਸਕਦਾ, ਉਹਦੇ ਵਿੱਚ ਇਨਗਰੀਡੀਐਂਟਸ ਕਿਹੜੇ ਹੈਗੇ ਆ। ਜਿਸ ਤਰ੍ਹਾਂ ਹੁਣ ਕਰੋਨਾ ਵਾਇਰਸ ਦਾ ਹੈਗਾ, ਉਹਦੇ ਬਾਰੇ ਜਿਹੜੀ ਹੈਗੀ ਆ ਕੀ ਸਾਨੂੰ ਯਾਨੀ ਕਿ ਇਹ ਹੋਮੋਪੈਥੀ ਸਾਨੂੰ ਕੀ ਯਾਨੀ ਕਿ ਦੱਸ ਸਕਦੀ ਹੈ। ਸੋ ਇਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵੀ ਤੁਸੀਂ ਜਦੋਂ ਵੀ ਅਸੀਂ ਮੇਰਾ ਖਿਆਲ ਆ ਯਾਨੀ ਕਿ ਜਿਹੜਾ ਸਾਡਾ ਟੈਲੀਫੋਨ ਹੈਗਾ ਇਹ ਇਟਸ ਕਾਜ਼ਿੰਗ ਸਮ ਪ੍ਰੋਬਲਮ। ਅਤੇ ਮੈਂ ਸਮਝ ਲਿਆ ਵੀ ਇਹ ਸਾਇੰਟੀਫਿਕ ਯਾਨੀ ਕਿ ਬੇਸ ਜਿਹੜਾ ਹੈਗਾ, ਹਰ ਇੱਕ ਚੀਜ਼ ਜਿਹੜੀ ਹੈ ਸਾਇੰਟੀਫਿਕ ਬੇਸ 'ਤੇ ਹੋਣੀ ਚਾਹੀਦੀ ਹੈ। ਫਿਰ ਹੀ ਅਸੀਂ ਕਿਸੇ ਬਿਮਾਰੀ ਦਾ ਇਲਾਜ ਜਿਹੜਾ ਹੈਗਾ ਕਰ ਸਕਦੇ ਹਾਂ, ਉਹਦਾ ਡਾਇਗਨੋਜ਼ ਵੀ ਕਰ ਸਕਦੇ ਹਾਂ। ਕਿੰਨੀ ਯਾਨੀ ਕਿ ਸਾਡੇ ਬੱਚੇ ਜਿਹੜੇ ਹੈਗੇ ਪੜ੍ਹਾਈ ਕਰਦੇ ਹੈਗੇ ਆ, ਕਿੰਨੇ ਸਾਲ ਜਾ ਕੇ ਉਹਨਾਂ ਨੂੰ ਫਿਰ ਜਾ ਕੇ MBBS ਦੀ ਡਿਗਰੀ ਜਾਂ MBCHB ਜਿਸ ਤਰ੍ਹਾਂ ਕਹਿੰਦੇ ਹੈਗੇ ਉਹਦੀ ਡਿਗਰੀ ਮਿਲਦੀ ਹੈ। ਉਸ ਤੋਂ ਬਾਅਦ ਵੀ ਉਹ ਬਹੁਤ ਸਾਰੀਆਂ ਪੜ੍ਹਾਈਆਂ ਕਰਦੇ ਆ, ਫਿਰ ਜਾ ਕੇ ਉਹਨਾਂ ਨੂੰ ਯਾਨੀ ਕਿ ਜਿਹੜਾ ਹੈਗਾ ਡਾਕਟਰ ਬਣਾਇਆ ਜਾਂਦਾ। ਅਤੇ ਉਸ ਤੋਂ ਬਾਅਦ ਯਾਨੀ ਕਿ ਜਿਹੜਾ ਸਪੈਸ਼ਲਿਸਟ ਯਾਨੀ ਕਿ ਬਣਦੇ ਹੈਗੇ, ਇਕੱਲੇ ਬਿਮਾਰੀ ਦੇ ਸਪੈਸ਼ਲਿਸਟ ਬਣਦੇ ਹੈ। ਕਿਸੇ ਨੂੰ ਕੋਈ ਹਾਰਟ ਅਟੈਕ ਹੋ ਜਾਂਦਾ ਹੈਗਾ ਫਾਰ ਐਗਜ਼ਾਮਪਲ, ਯਾਨੀ ਕਿ ਜਾਂ ਕਿਸੇ ਨੂੰ ਬ੍ਰੇਨ ਦੀ ਬਿਮਾਰੀ ਹੈ, ਕੀ ਇਹ ਹੋਮੋਪੈਥੀ ਉੱਥੇ ਕਾਰਗਰ ਹੋ ਸਕਦੀ ਹੈ। ਉੱਥੇ ਯਾਨੀ ਕਿ ਜਿਹੜੀ ਹੈਗੀ ਆ, ਜਾਂ ਹੋਰ ਬਹੁਤ ਸਾਰੀਆਂ ਹਾਂ ਕਿਡਨੀ ਵਗੈਰਾ, ਯਾਨੀ ਕਿ ਜੇ ਕਿਸੇ ਨੂੰ ਪ੍ਰੋਬਲਮ ਹੈਗੀ ਹੈ ਤਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਹੈਲੋ, ਮੈਂ ਮੁਹੰਮਦ ਬੋਲ ਰਿਹਾ ਸਰ। ਹਾਂ ਮੁਹੰਮਦ ਸਾਹਿਬ, ਕੀ ਕਹਿਣਾ ਚਾਹੋਗੇ? ਮੈਂ ਹੋਮਿਓਪੈਥੀ ਦੀ ਕਿਤਾਬਾਂ ਵੀ ਪੜ੍ਹੀਆਂ ਨੇ। ਦਰਅਸਲ ਬੇਸਿਕ ਗੱਲ ਹੈ ਵੀ ਜ਼ਰਾ ਅਗਰ ਬ੍ਰਾਹਮਣਾ ਇਹ ਜਿਹੜੇ ਨੇ ਨਾ ਹੋਮਿਓਪੈਥੀ ਵਾਲੇ ਅਨਸਿੰਥੇਸਾਈਜ਼ਡ ਸਬਸਟੈਂਸ ਇਸਤੇਮਾਲ ਕਰਦੇ ਨੇ। ਐਲੀਓਪੈਥੀ ਵਾਲੇ ਸਿੰਥੇਸਿਸ ਕਰਕੇ ਕਰਦੇ ਨੇ। ਉਹ ਇਹ ਵੇ ਕਿ ਮਰੀਜ਼ ਨੂੰ ਜਲਦੀ ਇਲਾਜ ਚਾਹੀਦਾ ਤੇ ਉਹ ਹੋਮਿਓਪੈਥੀ ਵਾਲੇ ਜਿਹਨੇ ਕਰੂਡ ਫਾਰਮ 'ਚ ਸਬਸਟੈਂਸ ਦਿੰਦੇ ਨੇ ਤਾਂ ਉਹਦੇ ਨਾਲ ਜਲਦੀ ਆਰਾਮ ਆ ਜਾਂਦਾ। ਲੇਕਿਨ ਚੀਜ਼ ਉਹੀ ਹੁੰਦੀ ਹੈ, ਹੁਣ ਜਿਸ ਤਰ੍ਹਾਂ ਇੱਕ ਸਾਹਬ ਕਹਿ ਵੀ ਰਹੇ ਸਨ ਕਿ ਸਾਰੇ ਹਰ ਟੈਬਲੇਟ ਦੇ ਨਾਲ ਉਹਦੇ ਸਾਈਡ ਇਫੈਕਟ ਸਾਰੀ ਪੂਰੀ ਡਿਟੇਲ ਇਨਫੋਰਮੇਸ਼ਨ ਹੁੰਦੀ ਹੈ। ਤੇ ਐਲੀਓਪੈਥੀ ਮੋਰ ਮਤਲਬ ਸਾਇੰਟਿਫਿਕ ਦੈਨ ਹੋਮਿਓਪੈਥੀ। ਹੋਮਿਓਪੈਥੀ ਵਾਲੇ ਕਰੂਡ ਮੈਡੀਸਨ ਇਸਤੇਮਾਲ ਕਰਦੇ हैं, चीज वही ਹੁੰਦੀ ਹੈ ਲੇਕਿਨ ਉਹ ਕਰੂਡ ਫਾਰਮ 'ਚ ਹੁੰਦੀ ਹੈ, ਅਨਸਿਸਟਾਈਜ਼ ਹੁੰਦੀ ਹੈ। तो ਉਹਦੇ ਨਾਲ ਉਹ ਜਿਹੜੇ ਮਰੀਜ਼ ਨੇ ਜਲਦੀ ਇਲਾਜ ਫਾਇਦਾ ਹੁੰਦਾ ਹੈ, ਲੇਕਿਨ ਉਹਦੇ ਸਾਈਡ ਇਫੈਕਟ ਜ਼ਿਆਦਾ ਹੁੰਦੇ ਨੇ। ਇਸ ਵਾਸਤੇ ਮੈਂ ਤੇ ਇਹੀ ਮਸ਼ਵਰਾ ਦਾਂਗਾ ਕਿ ਐਲੋਪੈਥੀ ਦੇ ਇਲਾਜ ਨੂੰ ਅਪਣਾਇਆ ਜਾਏ। ਥੈਂਕ ਯੂ ਜੀ। ਇਹ ਤਾਂ ਸੀ ਮੁਹੰਮਦ ਸਾਹਿਬ। ਥੈਂਕ ਯੂ ਵੈਰੀ ਮਚ ਜੀ ਮੁਹੰਮਦ ਜੀ। ਇਹ ਸੀ ਮੁਹੰਮਦ ਸਾਹਿਬ ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਨਾਲ ਸਾਂਝੇ ਕੀਤੇ ਹੈਗੇ ਆ। ਜਿਸ ਤਰ੍ਹਾਂ ਮੈਂ ਅਸੀਂ ਗੱਲ ਕਰ ਰਿਹਾ ਲੈ ਵੀ ਜਿਹੜਾ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਚਲੋ ਜੀ ਡਾਕਟਰ ਸਾਹਿਬ, ਮੈਂ ਨਵਦੀਪ ਜੀ, ਮੈਂ ਲਿਸਟ ਤੋਂ ਬੋਲਦਾ। ਹਾਂਜੀ ਨਵਦੀਪ ਜੀ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਜਿਹੜਾ ਅੱਜ ਦਾ ਵਿਸ਼ਾ ਰੱਖਿਆ ਉਹ ਬੜਾ ਇੰਪੋਰਟੈਂਟ ਵਿਸ਼ਾ ਹੈਗਾ ਆ। ਥੈਂਕ ਯੂ ਜੀ। ਔਰ ਲੋਕਾਂ ਦੇ ਵਿੱਚ ਇਹਦੇ ਲਈ ਕਾਫੀ ਅਵੇਅਰਨੈਸ ਦੀ ਲੋੜ ਹੈਗੀ ਆ, ਸੋ ਤੁਹਾਡਾ ਧੰਨਵਾਦ। ਥੈਂਕ ਯੂ। ਮੇਰੇ ਸਮੇਂ ਤੋਂ ਪਹਿਲੇ ਕੋਲਰ ਕਾਫੀ ਪੁਆਇੰਟ ਕਵਰ ਕਰ ਗਏ। ਮੈਂ ਤਾਂ ਜਿਹੜਾ ਇੱਕ ਪੁਆਇੰਟ ਤੁਹਾਡੇ ਨਾਲ
ਸਾਂਝਾ ਕਰਨਾ ਉਹੀ ਚਾਹੁੰਦਾ ਹਾਂਜੀ ਕਿ ਜਰਮਨ ਦੀ ਇੱਕ ਡਾਕਟਰ ਹੈਗੀ ਆ ਨੈਟਲੀ ਗ੍ਰਾਮਸ। ਉਹ ਐਲੋਪੈਥੀ ਦੀ ਡਾਕਟਰ ਸੀਗੀ ਟ੍ਰੇਨਡ, ਔਰ ਉਹ ਨਾਲ ਹੋਮੋਪੈਥੀ ਦੀ ਪ੍ਰੈਕਟਿਸ ਵੀ ਕਰਦੀ ਸੀ। ਤੇ ਜਦੋਂ ਉਹਦੇ ਸਾਹਮਣੇ ਇੱਕ ਕਿਤਾਬ ਆਈ ਦ ਹੋਮੋਪੈਥੀ ਅਲਾਈ, ਤੇ ਉਹਦੀ ਇੰਟਰਵਿਊ ਕੀਤੀ ਗਈ ਹਾਂਜੀ, ਤੇ ਉਹਨੇ ਆਪਣੀ ਹੋਮੋਪੈਥੀ ਨੂੰ ਡਿਫੈਂਡ ਕਰਨ ਦੇ ਲਈ ਉਹਨੇ ਹੋਮੋਪੈਥੀ ਬਾਰੇ ਪੜ੍ਹਨਾ ਸ਼ੁਰੂ ਕੀਤਾ। ਹਾਂਜੀ ਹਾਂਜੀ, ਔਰ ਹੁਣ ਉਹ ਇਸ ਸਿੱਟੇ ਤੇ ਪਹੁੰਚੀ ਆ ਕਿ ਉਹਨੇ ਜਦੋਂ ਰਿਸਰਚ ਕੀਤੀ, ਉਹਨੇ ਐਵੀਡੈਂਸ ਦੇਖਿਆ ਤੇ ਇਹਦੇ ਪਿੱਛੇ ਐਵੀਡੈਂਸ ਕੀ ਆ, ਉਹਨੂੰ ਕੋਈ ਐਵੀਡੈਂਸ ਨਹੀਂ ਲੱਭਾ। ਤੇ ਹੁਣ ਉਹਨੇ ਕਿਤਾਬ ਲਿਖੀ ਆ ਦ ਹੋਮੋਪੈਥੀ ਰੀਕਨਸੀਡਰਡ what really helps patients। ਤੇ ਉਹਦੇ ਬਾਰੇ ਉਹਨਾਂ ਨੇ ਬੜੀ ਗੰਭੀਰਤਾ ਦੇ ਨਾਲ ਉਹਦੇ ਵਿੱਚ ਲਿਖਿਆ ਕਿ ਇਹਦੇ ਵਿੱਚ ਕੁਛ ਨਹੀਂ ਹੈਗਾ, ਜਿੱਦਾਂ ਤੁਸੀਂ ਆਪਣੇ ਲੇਖ ਦੇ ਵਿੱਚ ਜਿਹੜਾ ਹੈਗਾ ਹਾਈਲਾਈਟ ਕੀਤਾ ਕਿ ਇਹ ਸਿਰਫ ਪਲਸੀਬੋ ਇਫੈਕਟ ਹੈਗਾ, ਉਹ ਤੁਸੀਂ ਉਹਨੂੰ ਬੜੇ ਡੀਟੇਲ ਦੇ ਨਾਲ ਉਹਨੂੰ ਦੱਸਿਆ ਵੀ ਹੈਗਾ। ਔਰ ਦੂਸਰੀ ਗੱਲ ਜਿਹੜਾ ਪੁਆਇੰਟ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਉਹ ਇਹੀ ਮੇਰੇ ਹੁਣੇ ਮੈਨੂੰ ਮੈਸੇਜ ਇੱਕ ਆਇਆ ਹੈਗਾ, ਇੱਕ ਗਵਰਨਮੈਂਟ ਬੋਡੀ ਹੈਗੀ ਹੈ ਪ੍ਰੋਫੈਸ਼ਨਲ ਸਟੈਂਡਰਡਸ ਅਥਾਰਟੀ। ਬਿਲਕੁਲ ਉਹਨਾਂ ਨੇ ਹੋਮੋਪੈਥ ਜਿਹੜੇ ਹੈਗੇ ਆ ਸੁਸਾਇਟੀ ਹੈਗੀ ਆ ਉਹਨਾਂ ਕੋਲੋਂ ਆਪਣਾ ਜਿਹੜਾ ਲੋਗੋ ਵਿਦਡਰਾਅ ਕਰ ਲਿਆ। ਸੋ ਇਹਦਾ ਮਤਲਬ ਇਹ ਆ ਕਿ ਉਹਨਾਂ ਦੇ ਪਿੱਛੇ ਵੀ ਕੋਈ ਸਾਇੰਟੀਫਿਕ ਐਵੀਡੈਂਸ ਨਹੀਂ ਹੈਗਾ, ਜਿਸ ਕਰਕੇ ਉਹਨਾਂ ਨੂੰ ਆਪਣਾ ਲੋਗੋ ਜਿਹੜਾ ਹੈਗਾ ਵਿਦਡਰਾਅ ਕਰਨਾ ਪਿਆ। ਬਿਲਕੁਲ ਬਿਲਕੁਲ। ਜਿਹੜੀ ਹੋਮੋਪੈਥਾਂ ਦੀ ਜਿਹੜੀ ਹੈਗੀ ਆ ਸੁਸਾਇਟੀ ਹੈਗੀ ਆਰਗੇਨਾਈਜੇਸ਼ਨ, ਉਹਨਾਂ ਨੇ ਇਹ ਬਹਾਨਾ ਲਾਇਆ ਜੀ ਇਹਨਾਂ ਦੀ ਫੀਸ ਬਹੁਤ ਹੈ, ਇਸ ਕਰਕੇ ਅਸੀਂ ਇਹ ਲੋਗੋ ਹੁਣ ਨਹੀਂ ਲਾਉਣਾ। ਪਹਿਲਾਂ ਫੀਸ ਹੈ ਨਹੀਂ ਸੀ, ਹੁਣ ਜਦੋਂ ਉਹਨਾਂ ਨੇ ਡਿਸਾਈਡ ਕਰ ਲਿਆ ਤੇ ਹੁਣ ਉਹ ਗੱਲ ਸਾਰੀ ਜਿਹੜੀ ਬਾਹਰ ਨਿਕਲ ਗਈ। ਅਸਲ ਦੇ ਵਿੱਚ ਇਹਦਾ ਕਾਰਨ ਇਹ ਕੀ ਹੈਗਾ ਕਿ ਇੱਕ ਸੁਸਾਇਟੀ ਹੈਗੀ ਗੁੱਡ ਥਿੰਕਿੰਗ। ਬਿਲਕੁਲ। ਉਹਨਾਂ ਦੇ ਡਾਕਟਰ ਮਾਰਸ਼ਲ ਜੀ ਹੈਗੇ ਆ, ਉਹਨਾਂ ਨੇ ਕੇਸ ਕੀਤਾ ਸੀ 2019 ਦੇ ਵਿੱਚ ਇਹਦਾ ਜੁਡੀਸ਼ੀਅਲ ਰਿਵਿਊ ਕਰਵਾਉਣ ਦੇ ਲਈ। ਉਹਦਾ ਹਾਲੇ ਡਿਸੀਜਨ ਆਉਣ ਵਾਲਾ ਸੀ, ਉਹਦੇ ਤੋਂ ਪਹਿਲਾਂ ਹੀ ਉਹਨਾਂ ਨੇ ਫੈਸਲਾ ਲੈ ਲਿਆ ਨਹੀਂ ਜੀ ਅਸੀਂ ਤਾਂ ਆਪ ਹੀ ਇਹਦੇ ਤੋਂ ਵਿਦਡਰਾਅ ਕਰ ਲੈਣਾ। ਸੋ ਇਹਦੇ ਤੋਂ ਗੱਲਾਂ ਤੋਂ ਸਾਬਤ ਹੁੰਦਾ ਕਿ ਇਹਦੇ ਵਿੱਚ ਕਿੰਨੀ ਕਿ ਸਾਇੰਟੀਫਿਕ ਨੌਲੇਜ ਜਿਹੜੀ ਹੈਗੀ, ਐਵੀਡੈਂਸ ਇਹਦੇ ਬਿਹਾਈਂਡ ਤੇ ਹੈਗਾ ਆ ਹੋਮੋਪੈਥੀ ਦੇ। ਸੋ ਤੁਸੀਂ ਵਿਸ਼ਾ ਇਹ ਚੁਣਿਆ, ਲੋਕਾਂ ਨੂੰ ਅਵੇਅਰ ਕੀਤਾ। ਮੈਂ ਤੁਹਾਡੇ ਦਰਸ਼ਕਾਂ ਨੂੰ ਅਪੀਲ ਕਰਨੀ ਚਾਹੂੰਗਾ ਕਿ ਤੁਸੀਂ ਇਹਦੇ ਮਗਰ ਨਾ ਭੱਜੋ, ਜੇ ਉਹ ਦਵਾਈਆਂ ਖਾਓ ਜਿਨ੍ਹਾਂ ਦੇ ਪਿੱਛੇ ਕੋਈ ਸਾਇੰਟੀਫਿਕ ਐਵੀਡੈਂਸ ਪਿਆ, ਜਿਨ੍ਹਾਂ ਦੇ ਪਿੱਛੇ ਪ੍ਰੋਪਰ ਰਿਸਰਚ ਪਈ ਆ ਔਰ ਪੂਰੀ ਸਕਰੂਟਨੀ ਪਈ ਆ। ਬਿਲਕੁਲ ਬਿਲਕੁਲ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਬਹੁਤ ਵਧੀਆ ਪ੍ਰੋਗਰਾਮ ਹੈ। ਥੈਂਕ ਯੂ ਨਵਦੀਪ ਜੀ। ਇਹ ਤਾਂ ਸੀ ਜੀ ਨਵਦੀਪ ਜੀ ਜਿਹੜੇ ਲੈਸਟਰ ਤੋਂ ਅਸੀਂ ਫੋਨ ਕਰ ਰਹੇ। ਸਾਡੇ ਤੋਂ ਅਜੇ ਵੀ 4 ਮਿੰਟ 4.5 ਮਿੰਟ ਹੈ, ਜੇ ਤੁਸੀਂ ਵੀ ਗੱਲ ਕੋਈ ਕਰਨੀ ਚਾਹੁੰਦੇ ਆ, ਆਪਣੇ ਵਿਚਾਰ ਦੇਣਾ ਚਾਹੁੰਦੇ ਆ, ਇਹ ਬਿਲਕੁਲ ਗੱਲ ਠੀਕ ਹੈਗੀ ਆ। ਕਿਉਂਕਿ ਮੈਂ ਅਲਟਰਨੇਟਿਵ ਥੈਰੇਪੀਜ਼ ਜਿਹੜਾ ਹੈਗਾ ਅਲਟਰਨੇਟਿਵ ਥੈਰੇਪੀਜ਼ ਜਿਹੜਾ ਹੈਗਾ ਮੈਂ ਪੜ੍ਹਾਉਂਦਾ ਰਿਹਾ ਹੈਗਾ, ਅਤੇ ਉਹਦੇ ਵਿੱਚ ਵੀ ਯਾਨੀ ਕਿ ਜਿਹੜੀਆਂ ਕਿਤਾਬਾਂ ਸੀ ਜੋ ਸਾਨੂੰ ਯਾਨੀ ਕਿ ਸੀਗੀਆਂ ਜਿਹੜੀਆਂ ਮੈਂ ਯੂਜ਼ ਸੀ ਕਰਦਾ, ਅਤੇ ਉਹਦੇ ਵਿੱਚ ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਆ ਜੀ? ਹੈਲੋ ਡਾਕਟਰ ਸਾਹਿਬ ਨਮਸਕਾਰ, ਜੈ ਭੀਮ ਜੈ ਭਾਰਤ ਜੀ। ਹਾਂ ਜੈ ਭੀਮ ਜੈ ਭਾਰਤ। ਹਾਂਜੀ ਕੀ ਕਹਿਣਾ ਚਾਹੋਗੇ ਮਾਨ ਸਾਹਿਬ? ਜੀ ਜਿਹੜਾ ਤੁਸੀਂ ਹੋਮੋਪੈਥਿਕ ਦੀ ਗੱਲ ਕਰਦੇ ਪੈਸੇ ਤਾਂ ਤੁਹਾਡਾ ਮੁੱਦਾ ਤਾਂ ਠੀਕ ਹੈ, ਤੇ ਜਿਹੜਾ ਪਹਿਲੀ ਤਾਂ ਗੱਲ ਹੈ ਨਾ, ਜਦੋਂ ਤੁਸੀਂ ਇਹਨਾਂ ਕੋਲ ਜਾਓ ਤੁਹਾਡੇ ਨਾਲ ਗੱਲਾਂ ਬਾਤਾਂ ਅੱਧਾ ਘੰਟਾ ਕਰਦੇ, ਉਹਦੇ ਘੰਟੇ ਤੋਂ ਪੈਸੇ ਜ਼ਿਆਦਾ ਲੈਂਦੇ ਆ ਨਾ, ਫਿਰ ਵਿਹਲੇ ਆ, ਹੋਰ ਕਰਨ ਵੀ ਕੀ ਉਹ। ਹਾਂਜੀ, ਉਹ ਤੋਂ ਬਾਅਦ ਫਿਰ ਇਹਨਾਂ ਕੋਲ ਚਿੱਟੀਆਂ ਦਵਾਈਆਂ ਸਾਰੀਆਂ ਛੋਟੀਆਂ ਛੋਟੀਆਂ ਸ਼ੀਸ਼ੇ ਉਹ ਸ਼ੂਗਰ ਦੀਆਂ ਗੋਲੀਆਂ, ਉਹ ਪਤਾ ਨਹੀਂ ਕੀ ਘੋਲ ਕੇ ਰੱਖਿਆ, ਪਤਾ ਨਹੀਂ ਲੱਗਦਾ ਉਹਨਾਂ ਦੇ ਵਿੱਚ। ਉਹ ਸਾਨੂੰ ਪਤਾ ਜਦੋਂ ਦਿੰਦੇ ਨਾ, ਉਹ ਕਹਿੰਦੇ ਵੀ 3 ਤੁਪਕੇ ਪਾਉਣੇ ਤੁਸੀਂ ਪਾਣੀ ਦੇ ਵੀ ਪੀਣੇ ਆ। ਤੇ ਮੈਂ ਤਕਰੀਬਨ ਮੇਰੇ ਨੀਜ਼ ਪ੍ਰੋਬਲਮ ਸੀਗੀ, ਤੇ ਮੈਂ ਨਾ ਕੋਈ 6 ਮਹੀਨੇ ਜਾਂਦਾ ਰਿਹਾ, ਤੇ ਮੈਨੂੰ ਤਾਂ ਕੋਈ ਆਰਾਮ ਨਹੀਂ ਆਇਆ। ਨਹੀਂ ਉਹਨਾਂ ਨਹੀਂ ਸੀਗਾ, ਕਿਉਂਕਿ ਉਹਦੇ ਵਿੱਚ ਹੈ ਕੁਛ ਨਹੀਂ। ਹਾਂਜੀ, ਤੇ ਇੱਕ ਗੱਲ ਜ਼ਰੂਰ ਮੈਂ ਕਹਾਂਗਾ ਇਹਨਾਂ ਦੀ, ਇੱਕ ਇਹਨਾਂ ਕੋਲ ਬੂਟੀ ਹੈਗੀ ਉਹ ਜਿਹੜੀ ਐਕਸਮਾ ਦੀ ਆ। ਉਹ ਐਕਸਮਾ ਜਿਹੜੇ ਬੱਚਿਆਂ ਨੂੰ ਜਿਹੜਾ ਹੋ ਜਾਂਦਾ ਨਾ, ਉਹਦਾ ਇਲਾਜ ਥੋੜਾ ਕਰਦੇ 6 ਮਹੀਨੇ ਲੱਗਦੇ, ਪਰ ਉਹ ਠੀਕ ਹੋ ਜਾਂਦਾ ਬੱਚਾ। ਅੱਛਾ ਜੀ, ਅੱਛਾ। ਹਾਂ, ਉਹ ਪਤਾ ਨਹੀਂ ਕੀ ਇਹਨਾਂ ਕੋਲ ਹੈਗੀ, ਉਹਦੇ ਨਾਲ ਕਿ ਆਦਮੀ ਦਾ ਯਕੀਨ ਜਿਹਾ ਵੱਧ ਜਾਂਦਾ ਵੀ ਇਹਨਾਂ ਦਵਾਈਆਂ 'ਚ ਕੁਝ ਹੈਗਾ ਆ। ਪਰ ਮੈਂ ਤਾਂ ਇਹ ਕਹੂੰਗਾ ਵੀ ਐਕਸਮਾ ਜਿਹੜਾ ਹੈ ਨਾ ਇਹਨਾਂ ਕੋਲ, ਉਹਦੀ ਦਵਾਈ ਹੈਗੀ ਆ, ਕਿਉਂਕਿ ਲੌਂਗ ਟਰਮ ਤੇ 6-7 ਮਹੀਨੇ ਲੱਗ ਜਾਂਦੇ ਆ, ਪਰ ਥੋੜਾ ਆਰਾਮ ਜ਼ਰੂਰ ਆ ਜਾਂਦਾ। ਬੱਚੇ ਦੀ ਸਕਿਨ ਜਿਹੜੀ ਉਹ ਠੀਕ ਕਲੀਅਰ ਹੋਣ ਲੱਗ ਪੈਂਦੀ ਆ। ਦੇਖੋ ਬਾਕੀ ਦਵਾਈਆਂ ਦੇ ਹੋਰ ਕਿਸੇ ਕੋਲ ਨਹੀਂ ਇਹਨਾਂ ਦੀਆਂ ਹੈਗੀਆਂ। ਇਹਦੇ ਬਾਰੇ ਮਾਨ ਸਾਹਿਬ ਯਾਨੀ ਕਿ ਆਪਾਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਉਹ ਵੀ ਜਿਹੜੀ ਤੁਸੀਂ ਕਹਿੰਦੇ ਐਗਜ਼ਮੇ ਬਾਰੇ ਵੀ, ਉਹਦੇ ਬਾਰੇ ਵੀ ਇੰਪਾਰਸ਼ੀਅਲ ਰਿਸਰਚ ਯਾਨੀ ਕਿ ਹੋਣੀ ਚਾਹੀਦੀ ਹੈ ਵੀ ਵਾਕਈ ਇਹਨਾਂ ਦੀ ਦਵਾਈ ਨਾਲ ਠੀਕ ਹੋਇਆ, ਯਾਨੀ ਕਿ ਜਾਂ ਬੱਚੇ ਦੀ ਉਮਰ ਦੇ ਨਾਲ ਹੀ ਠੀਕ ਹੋ ਗਿਆ ਉਹ। ਸੋ ਆਈ ਥਿੰਕ ਉਹਦੇ ਬਾਰੇ ਨਾ ਯਾਨੀ ਕਿ ਇੰਪਾਰਸ਼ੀਅਲ ਸਕਰੂਟਨਾਈਜੇਸ਼ਨ ਦੀ ਜ਼ਰੂਰਤ ਹੈਗੀ ਆ। ਹਾਂਜੀ ਬਿਲਕੁਲ। ਬਾਕੀ ਤਾਂ ਕੋਈ ਨਾ ਕੋਈ ਜਦੋਂ ਕੋਈ ਇਹਨਾਂ ਕੋਲ
ਉਹ ਲੈਵਲ ਨਹੀਂ ਹੈ, ਕੋਈ ਗ੍ਰੀਨਰੀ ਸੀ, ਇਹ ਸਾਰਾ ਕੁਝ ਹੈ ਨਹੀਂ। ਹਾਂਜੀ, ਰੈਸਪੀ ਵਗੈਰਾ ਕੋਈ ਨਹੀਂ ਇਹਨਾਂ ਨੇ ਦਿੱਤੀ ਉਹਦੇ ਤੇ। ਹਾਂਜੀ, ਤੇ ਬਾਕੀ ਤਾਂ ਉਹ ਲੋਕਾਂ ਦਾ ਮਨ ਜਿਹੜਾ ਹੈ ਨਾ, ਉਹ ਤਕਰੀਬਨ ਉਹ ਹਿਸਟਰੀ ਪੋਲ ਕੇ ਉਹਨਾਂ ਦੀ ਹਿਸਟਰੀ ਦੱਸ ਕੇ ਬਸ ਦਵਾਈਆਂ ਦਿੰਦੇ ਆ ਬੰਦੇ ਨੂੰ। ਮੇਰੇ ਖਿਆਲ ਅੱਧਾ ਆਰਾਮ ਤਾਂ ਉੱਦਾਂ ਆ ਜਾਂਦਾ ਜਦੋਂ ਸਾਰੀਆਂ ਹਿਸਟਰੀ ਉਹਦੇ ਕੋਲ ਪੁੱਛ ਲੈਂਦੇ। ਨਹੀਂ ਨਹੀਂ, ਬਾਬੇ ਵੀ ਤਾਂ ਇਦਾਂ ਹੀ ਕਰਦੇ ਹੈ। ਉਹ ਤਾਂ ਬਾਬਿਆਂ ਦਾ ਜੀ, ਉਹ ਤਾਂ ਗੂਗਲ ਦੀ ਧੂਣੀ ਤੇ ਉਹਦੇ ਸਾਰੇ ਆਰਾਮ ਆ ਜਾਂਦੇ। ਓਕੇ ਮਾਨ ਸਾਹਿਬ, ਬਹੁਤ ਮਿਹਰਬਾਨੀ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ। ਬਹੁਤ ਮਿਹਰਬਾਨੀ। ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ। ਤੇ ਅਸੀਂ ਜੀ ਪ੍ਰੇਮ ਮਾਨ ਹੋਣੀ ਲੰਡਨ ਤੋਂ। ਸਾਡੇ ਕੋਲ ਹੁਣ ਸਿਰਫ ਯਾਨੀ ਕਿਹੜਾ ਹੈਗਾ 1 ਮਿੰਟ ਜਿਹੜਾ ਹੈਗਾ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ ਆ ਜੀ? ਕਿਉਂਕਿ ਹੁਣ ਸਿਰਫ 1 ਮਿੰਟ ਜਿਹੜਾ ਹੈਗਾ ਰਹਿ ਗਿਆ ਅਤੇ ਮੇਰਾ ਖਿਆਲ ਹੋਰ ਕਾਲ ਜਿਹੜੀਆਂ ਲੈਣੀਆਂ ਮੇਰੇ ਲਈ ਮੁਸ਼ਕਿਲ ਹੋ ਜਾਣਾ ਹੈਗਾ। ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕੀਤੀ, ਜਿਹੜੇ ਵੀ ਐਵੀਡੈਂਸ ਯਾਨੀ ਕਿ ਲੈ ਕੇ ਆਉਣੇ ਹੈਗੇ, ਜਿਹੜੇ ਮੈਂ ਆਰਟੀਕਲਸ ਪੜ੍ਹਦਾ ਹੈਗਾ, ਉਹਨਾਂ ਦੇ ਪਿੱਛੇ ਰਿਸਰਚ ਹੁੰਦੀ ਹੈਗੀ ਆ। ਟੈਲੀਵਿਜ਼ਨ 'ਤੇ ਕੋਈ ਝੂਠਾ ਪ੍ਰਚਾਰ ਨਹੀਂ ਸੀ ਕਰਦੇ ਹੈਗੇ। ਨਾਲੇ ਮੈਂ ਲੋਕਾਂ ਦਾ ਹੇਤੂ ਹੈਗਾ ਕਾਂਸ਼ੀ ਟੈਲੀਵਿਜ਼ਨ ਦੇ ਨਾਲ ਵਿਚਾਰ ਮੇਰੇ ਰਲਣ ਜਾਂ ਨਾ ਰਲਣ, ਯਾਨੀ ਕਿ ਜਾਂ ਤੁਹਾਡੇ ਨਾਲ ਵੀ ਵਿਚਾਰ ਮੇਰੇ ਰਲਦੇ ਜਾਂ ਨਹੀਂ ਰਲਦੇ, ਪਰ ਮੈਂ ਜਿਸ ਗੱਲ ਦਾ ਦਾਅਵਾ ਕਰਦਾ ਹੈਗਾ ਉਹ ਹੈ ਵੀ ਜਿਹੜੀ ਵੀ ਗੱਲ ਮੈਂ ਤੁਹਾਡੇ ਨਾਲ ਕਰੂੰਗਾ ਉਹਦਾ ਮੇਰੇ ਤੋਂ ਕੋਈ ਐਵੀਡੈਂਸ ਹੋਊਗਾ, ਉਹਦੇ ਪਿੱਛੇ ਕੋਈ ਰਿਸਰਚ ਹੋਊਗੀ, ਅਤੇ ਤਾਂ ਹੀ ਯਾਨੀ ਕਿ ਮੈਂ ਗੱਲ ਕਰਦਾ ਹੈਗਾ, ਵੈਸੇ ਨਹੀਂ ਗੱਲ ਕਰਦਾ। ਨਾਲੇ ਮੈਂ ਲੋਕਾਂ ਦਾ ਭਲਾ ਚਾਹੁਣ ਵਾਲਾ ਬੰਦਾ ਹੈਗਾ, ਕੋਈ ਤੁਹਾਡਾ ਯਾਨੀ ਕਿ ਦੁੱਖ ਹੀ ਨਹੀਂ ਹੈਗਾ। ਜਿਹੜੀਆਂ ਵੱਡੀਆਂ ਕਿਤਾਬਾਂ ਇੱਥੇ ਪੜ੍ਹਦੇ ਹੈਗੇ, ਜਿਹੜੀਆਂ ਵੱਡੀਆਂ ਰਿਸਰਚਾਂ ਕਰਦੇ ਸਾਡੇ ਬੱਚੇ ਪੜ੍ਹਨ ਜਾਂਦੇ ਹੈਗੇ, ਯੂਨੀਵਰਸਿਟੀਆਂ ਜਿਹੜੀਆਂ ਵੱਡੀਆਂ ਖੋਲ੍ਹੀਆਂ ਹੈਗੀਆਂ ਉਹ ਐਵੇਂ ਨਹੀਂ ਖੋਲ੍ਹੀਆਂ। ਅਤੇ ਇਸ ਕਰਕੇ ਆਪਣੀ ਲੁੱਟ ਜਿਹੜੀ ਹੈਗੀ ਬਿਲਕੁਲ ਨਾ ਕਰਾਓ। ਜਦੋਂ ਤੁਹਾਨੂੰ ਕੋਈ ਕਿਡਨੀ ਦੀ ਬਿਮਾਰੀ ਹੋ ਜਾਂਦੀ ਹੈ, ਜਿਗਰ ਦੀ ਬਿਮਾਰੀ ਹੋ ਜਾਂਦੀ ਹੈ, ਲਿਵਰ ਦੀ ਬਿਮਾਰੀ ਹੈ, ਯਾਨੀ ਕਿ ਜਾਂ ਹਾਰਟ ਦੀ ਬਿਮਾਰੀ ਹੈ, ਜਾਂ ਬ੍ਰੇਨ ਦੀ ਹੈਗੀ, ਜਾਂ ਕੋਈ ਹੋਰ ਕੋਈ ਬਿਮਾਰੀ ਹੈਗੀ ਆ ਹੋ ਜਾਂਦੀ ਆ, ਅਤੇ ਉਸ ਟਾਈਮ 'ਤੇ ਜਿਹੜਾ ਹੈਗਾ ਹੋਰ ਤੁਹਾਡਾ ਕੋਈ ਵੀ ਵਾਲੀ ਵਾਰਸ ਨਹੀਂ ਬਣਦਾ। ਇਹ ਐਲੋਪੈਥੀ ਯਾਨੀ ਕਿ ਜਿਹੜੀ ਹੈਗੀ ਕੰਮ ਉਹਦੀ ਹੈ। ਸੋ ਇਸ ਕਰਕੇ ਇਹਨਾਂ 'ਤੇ ਯਕੀਨ ਕਰਨਾ ਚਾਹੀਦਾ ਅਤੇ ਆਪਣੀ ਲੁੱਟ ਯਾਨੀ ਕਿ ਬਿਲਕੁਲ ਨਹੀਂ ਕਰਾਉਣੀ ਚਾਹੀਦੀ। ਇਹ ਤਾਂ ਉਹੀ ਗੱਲ ਹੈ ਵੀ ਜਾਂ ਜਿਹੜਾ ਕਿਸੇ ਤੋਂ ਜਿਵੇਂ ਮਾਲਸ਼ ਕਰਾ ਲਈ ਹੈਗੀ ਤਾਂ ਉਹਨਾਂ ਠੀਕ ਹੋ ਜੀ, ਕਿਉਂਕਿ ਇਹਦਾ ਵੀ ਡਿਪਲੋਮਾ ਮੈਂ ਕੀਤਾ ਹੈਗਾ, ਅਰੋਮਾਥੈਰੇਪੀ ਦਾ ਡਿਪਲੋਮਾ ਕੀਤਾ ਹੈਗਾ, ਇੰਡੀਅਨ ਹੈਡ ਮਸਾਜ ਦਾ ਡਿਪਲੋਮਾ ਕੀਤਾ, ਐਂਡ ਆਈ ਕੁਡ ਨਾਟ ਫਾਈਂਡ ਐਨੀਥਿੰਗ ਇਟ ਵਿਲ ਗਿਵ ਯੂ ਸਮ ਰਿਲੀਫ। ਪਰ ਇਹਦੇ ਪਿੱਛੇ ਯਾਨੀ ਕਿ ਜੇ ਤੁਸੀਂ ਕੋਈ ਕਿਉਰ ਹੈਗਾ ਤਾਂ ਨਹੀਂ ਹੈਗਾ। ਅਗਲੇ ਹਫ਼ਤੇ ਮੈਂ ਤੁਹਾਡੇ ਲਈ ਫਿਰ ਇੱਕ ਹੋਰ ਨਵਾਂ ਪ੍ਰੋਗਰਾਮ ਲੈ ਕੇ ਆਊਂਗਾ। ਮੈਨੂੰ ਇੱਥੇ ਇਜਾਜ਼ਤ ਦਿਓ। ਥੈਂਕ ਯੂ, ਸੀ ਯੂ ਟੁਮਾਰੋ, ਸੀ ਯੂ ਨੈਕਸਟ ਵੀਕ।